ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ। ਨੂੰ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਹੁਣ ਲੱਗੀ ਹੈ ਸਹੀ ਲਾਈਨ, ਪਹਿਲਾਂ ਅਕੀਦਾ ਸਾਹਿਬ ਨੂੰ ਦੁਬਾਰਾ ਲੱਗ ਗਈ। ਹਾਂਜੀ ਹੈ, ਚਲੋ ਤੁਹਾਡੇ ਨਜ਼ਦੀਕ ਹੀ ਰਹਿੰਦੇ ਆ। ਫਿਰ ਤੁਹਾਡੇ ਗੁਆਂਢ ਵੱਡਿਆਂ ਘਰਾਂ ਦੇ ਕੁਝ ਪਰਮਿਟ ਰੱਦ ਹੋਏ ਨੇ, ਹੁਣ ਲਾਮਬੰਦੀ ਵੀ ਹੋਣ ਲੱਗੀ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਦੇਖੋ ਜਿਹੜਾ ਸਾਡੇ ਗੁਆਂਢ ਹੀ ਸਾਰਾ ਕੁਛ ਹੀ ਚੱਲੀ ਜਾਂਦਾ, ਕਿਉਂਕਿ ਟਰਾਂਸਪੋਰਟ ਮੰਤਰੀ ਵੀ ਸਾਡੇ ਗੁਆਂਢ ਦਾ ਤੇ ਟਰਾਂਸਪੋਰਟਾਂ ਵੀ ਸਾਡੇ ਗੁਆਂਢ ਦੀਆਂ ਵਾਲਿਆਂ ਦੇ ਬਾਦਲਾਂ ਦੀਆਂ, ਸਾਰਾ ਕੁਛ ਸਾਡੇ ਗੁਆਂਢ ਚ ਹੀ ਹੋਣ ਡਿਆ ਵਾ। ਤਾਂ ਦੇਖੋ ਗੱਲ ਕੀ ਹੈ ਕਿ ਰਾਜਾ ਵੜਿੰਗ ਨੇ ਫੇਰ ਐਕਸ਼ਨ ਕੀਤਾ। ਕੱਲ ਵੀ ਪਰਮਿਟ ਕੁਛ ਰੱਦ ਕਰ ਦਿੱਤੇ ਗਏ ਨੇ। ਉਹਨਾਂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਚੱਲਦੀਆਂ ਨੇ ਬੱਸਾਂ, ਜਿਵੇਂ ਆਪਾਂ ਬੋਲਦੇ ਹਾਂ AC ਬੱਸਾਂ ਜਿਹੜੀਆਂ ਹੁੰਦੀਆਂ, ਇੰਟੀਗਰਲ ਕਹਿ ਦਿੰਦੇ ਆ ਇਹਨਾਂ ਨੂੰ, ਤਾਂ ਉਹ ਕੁਛ ਪਰਮਿਟ ਨਹੀਂ। ਤਾਂ ਕੁੱਲ ਮਿਲਾ ਕੇ ਇਹਨਾਂ ਨੇ ਖਾਸੇ ਪਰਮਿਟ ਜਿਹੜੇ ਆ ਉਹ ਰੱਦ ਕੀਤੇ ਆ। ਔਰ ਇਸ ਤੋਂ ਇਲਾਵਾ ਬੀਤੇ ਦਿਨੀ ਜਿਹੜੀ ਗੱਲ ਹੋਈ ਸੀਗੀ, ਉਹ ਹੋਈ ਸੀਗੀ ਕਿ ਜਿਹੜੇ ਨਿਊ ਦੀਪ ਬੱਸ ਮਾਲਕ ਆ ਮਿਸਟਰ ਹਰਦੀਪ ਸਿੰਘ ਢਿੱਲੋਂ, ਡਿੰਪੀ ਢਿੱਲੋਂ ਜਿਹਨਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ। ਔਰ ਇਹ ਦੋਨੇ ਅਸਲ ਦੇ ਵਿੱਚ ਕੀ ਹੈ ਕਿ ਦੋਨੇ ਹੀ ਵੱਡੇ ਚਿਹਰੇ ਜਿਹੜੇ ਡਿੰਪੀ ਢਿੱਲੋਂ ਜੀ ਔਰ ਰਾਜਾ ਵੜਿੰਗ ਜੀ, ਇਹ ਭਿੜਦੇ ਨੇ ਆਪਸ ਦੇ ਵਿੱਚ ਗਿੱਦੜ ਵਿੱਚ। ਪਿਛਲੀ ਵਾਰੀ ਜਦੋਂ ਰਾਜਾ ਵੜਿੰਗ ਜਿੱਤੇ ਆ ਤਾਂ ਉਹਨਾਂ ਨੇ ਡਿਫੀਟ ਕੀਤਾ ਸੀ ਡਿੰਪੀ ਢਿੱਲੋਂ ਨੂੰ। ਤਾਂ ਹੁਣ ਵੀ ਮੁਕਾਬਲਾ ਅੱਗੇ ਜਿਹੜਾ ਹੈ, ਕਿਉਂਕਿ ਅਕਾਲੀ ਦਲ ਬਾਦਲ ਨੇ ਟਿਕਟ ਅਨਾਉਂਸ ਕਰ ਦਿੱਤੀ ਹੈ ਗਿੱਦੜਬਾਹੀ ਦੀ, ਤੇ ਰਾਜਾ ਵੜਿੰਗ ਦੀ ਟਿਕਟ ਇੱਥੋਂ ਪੱਕੀ ਆ। ਤਾਂ ਦੋਨਾਂ ਦਾ ਭੇੜ ਫੇਰ ਹੋਣਾ ਤੇ ਇਸ ਮੁੱਦੇ ਤੇ ਵੀ ਭੇੜ ਹੋ ਰਿਹਾ ਵਾ, ਕਿਉਂਕਿ ਇਹਨਾਂ ਦੀਆਂ ਤਾਂ ਸਾਰੀਆਂ ਬੱਸਾਂ ਉਹ ਕਹਿੰਦੇ ਕਿ ਸਾਡੀਆਂ ਦਾ ਚੱਕ ਕੇ ਸਾਡੀ ਟਰਾਂਸਪੋਰਟ ਹੀ ਉਹਨੇ ਲਾਤੀ ਨੁਕਰੇ। ਉਹਦੇ ਚ ਉਹ ਕਹਿੰਦੇ ਆ ਕਿ ਦੇਖੋ ਪਹਿਲਾਂ ਜਦੋਂ ਸਾਨੂੰ ਨੋਟਿਸ ਆਇਆ, ਅਸੀਂ ਜਾ ਕੇ ਕਿਸ਼ਤਾਂ ਬਣਵਾ ਲਈਆਂ, 4 ਕਿਸ਼ਤਾਂ, 2 ਟਰਾਂਸਪੋਰਟਾਂ ਉਹਨਾਂ ਦੀਆਂ ਹੈਗੀਆਂ ਨੇ, ਮਤਲਬ ਕਿ 2 ਕੰਪਨੀਆਂ ਨੇ ਟਰਾਂਸਪੋਰਟ ਇੱਕ ਹੋ ਗਏ। ਉਹ ਕਹਿੰਦੇ ਕਿ ਦੋਨਾਂ ਦੀਆਂ RTA ਨੇ ਸਾਨੂੰ 4-4 ਇੰਸਟਾਲਮੈਂਟ ਭੇਜੀਆਂ। ਪਹਿਲੀ ਅਸੀਂ ਭਰ ਵੀ ਦਿੱਤੀ, ਪਰ ਬਾਵਜੂਦ ਇਸ ਦੇ ਮੁੜ ਕੇ ਮੰਤਰੀ ਨੇ ਦਬਾਅ ਬਣਾਇਆ ਤੇ ਉਹ ਸਾਰਾ ਕੁਛ ਰੱਦ ਕਰਾ ਕੇ ਹੋਇਆ ਕਿ ਇਹਨਾਂ ਨੇ ਕਿਹਾ ਕਿ ਇੱਕਦਮ ਭਰੋ ਤੇ ਤੁਹਾਡੇ ਬੱਸਾਂ ਛੱਡ ਦਿਆਂਗੇ, ਅਦਰਵਾਈਜ਼ ਨਹੀਂ। ਤੇ ਅਸੀਂ ਕਹਿੰਦੇ ਕਿ ਅਸੀਂ ਚਲੇ ਗਏ ਸਟੇਟ ਟਰਾਂਸਪੋਰਟ ਕਮਿਸ਼ਨ ਨਾਲ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ, ਅਪੀਲ ਪਾਤੀ। ਹਾਲੇ ਅਪੀਲ ਸਾਡੀ ਪੈਂਡਿੰਗ ਸੀਗੀ, ਤਾਂ ਇਹਨਾਂ ਨੇ ਚੱਕ ਕੇ ਸਾਰਾ ਕੁਛ ਬਲੌਕ ਕਰਤਾ ਜਾਂ ਰੱਦ ਕਰਤਾ ਸਾਰਾ ਕੁਛ। ਹੁਣ ਦੂਜੇ ਪਾਸੇ ਜਿਹੜਾ ਮਸਲਾ ਹੈ ਕਿ ਕੱਲ ਪਟਿਆਲੇ ਦੇ ਵਿੱਚ ਵੀ ਕੁਛ ਟਰਾਂਸਪੋਰਟਰ ਜਿਹੜੇ ਆ ਨਾ, ਉਹ ਇਕੱਤਰ ਹੋਏ ਆ, ਇਕੱਠੇ ਹੋਏ ਆ। ਉਹਨਾਂ ਨੇ ਵੀ ਕਿਹਾ ਕਿ ਹਫ਼ਤੇ ਦੇ ਅੰਦਰ ਬਾਹਰ ਤੁਸੀਂ ਛੱਡ ਦਿੰਦੇ ਹੋ ਬੱਸਾਂ ਤਦ ਠੀਕ ਆ, ਅਦਰਵਾਈਜ਼ ਫਿਰ ਅਸੀਂ ਤੁਹਾਡੇ ਘਰਾਓ ਸ਼ੁਰੂ ਕਰਾਂਗੇ। ਕਿਉਂਕਿ ਉਹ ਆਪਣਾ ਫਰਕ ਦੇ ਰਹੇ ਆ ਕਿ ਸਾਡੇ ਕੋਲ ਦੇਖੋ ਮਤਲਬ ਕਿ ਇੰਨੀ ਹੈਸੀਅਤ ਨਹੀਂ ਹੈਗੀ ਕਿ ਹੁਣ ਯਕਦਮ ਟੈਕਸ ਭਰੀਏ, ਕਿਉਂਕਿ ਕੋਵਿਡ ਨੇ ਸਾਡਾ ਬਿਜ਼ਨਸ ਤੋੜ ਦਿੱਤਾ। ਹਾਲੇ ਵੀ ਫੁੱਲ ਕਪੈਸਿਟੀ 'ਚ ਬੱਸਾਂ ਨਹੀਂ ਚੱਲ ਰਹੀਆਂ, ਟੈਕਸ ਤੁਸੀਂ ਮਤਲਬ ਕਿ ਮੁੜ ਕੇ ਮਾਫ ਨਹੀਂ ਕੀਤਾ। ਸੋ ਉਹਨਾਂ ਦੇ ਆਪਣੇ ਤਰਕ ਆ। ਪਰ ਇੱਕ ਵੱਡਾ ਅਹਿਮ ਨੁਕਤਾ ਜਿਹੜਾ ਆ ਉਹ ਇਹੋ ਹੀ ਆ ਕਿ ਇਸ ਮਾਮਲੇ ਦੇ ਵਿੱਚ ਸਿਆਸੀ ਬਦਲਾਖੋਰੀ ਦਾ ਜ਼ਿਕਰ ਆ ਰਿਹਾ ਵਾਰ-ਵਾਰ, ਕਿ ਸਿਆਸੀ ਬਦਲਾਖੋਰੀ ਹੋ ਰਹੀ ਆ। ਵੜਿੰਗ ਸਾਹਿਬ ਜਿਹੜੇ ਨੇ ਉਹ ਸਿਆਸੀ ਬਦਲਾਖੋਰੀ ਕਰ ਰਿਹਾ। ਤੇ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਕੀ ਆ, ਚਾਵਲਾ ਸਾਹਿਬ ਕਿ ਸੱਚਾ ਉਹ ਵੀ ਹੈ, ਝੂਠਾ ਉਹ ਵੀ ਨਹੀਂ ਹੈ। ਦੋਨਾਂ ਪਾਸਿਆਂ ਤੋਂ ਮਾਮਲਾ ਕੁਛ ਇਸੇ ਤਰ੍ਹਾਂ ਦਾ ਨਜ਼ਰ ਆਉਂਦਾ ਕਿ ਕੁਛ ਨਾ ਕੁਛ ਗੜਬੜ ਤਾਂ ਹੈ ਹੀ ਹੈ ਨਾ। ਹੁਣ ਕਿੰਨਾ ਟੈਕਸ ਡਿਊ ਨਿਕਲਿਆ ਆਪਣੇ ਸਾਹਮਣੇ ਆ, ਕਿੰਨਾ ਟੈਕਸ ਡਿਊ ਨਿਕਲਿਆ। ਹਾਂ, ਇਹ ਵੀ ਹੈ ਕਿ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਕਿਸੇ ਧੰਦੇ ਨੂੰ ਚੌਪਟ ਕਰ ਦਈਏ, ਬਿਲਕੁਲ, ਕਿਉਂਕਿ ਟੈਕਸ ਆ ਰਿਹਾ ਨਾ ਉਸ ਧੰਦੇ ਤੋਂ। ਤਾਂ ਧੰਦਾ ਵੀ ਆਪਾਂ ਬੰਦ ਨਹੀਂ ਕਰ ਸਕਦੇ ਜਦੋਂ ਨਿੱਜੀ ਖੇਤਰ ਦੇ ਵਿੱਚ ਸਾਰਾ ਕੁਛ ਖੋਲਿਆ। ਹੁਣ ਇਹ ਚਾਹੀਦਾ ਕਿ ਦੇਖੋ ਮੈਂ ਕਹਿੰਦਾ ਕਿ ਟੈਕਸ ਵਸੂਲਿਆ ਜਾਣਾ ਚਾਹੀਦਾ। ਖਾਸ ਤੌਰ ਤੇ ਡਿੰਪੀ ਢਿੱਲੋਂ ਦੀ ਮੈਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਇਹਨਾਂ ਦੇ ਜਿਹੜੇ ਭਰਾਤਾ ਸੰਨੀ ਢਿੱਲੋਂ, ਉਹ ਤਾਂ ਤੁਹਾਨੂੰ ਯਾਦ ਹੋਣਾ ਜਦੋਂ ਕੁੜਤੇ ਪਜਾਮੇ ਦੀ ਸਵਾਈ ਵਾਲਾ ਮਾਮਲਾ ਸੀ, ਰਾਜਾ ਵੜਿੰਗ ਦਾ ਤਾਂ ਝੋਲਾ ਭਰ ਕੇ ਚੰਡੀਗੜ੍ਹ ਨੋਟ ਵੰਡਦੇ ਫਿਰਦੇ ਸਨ ਕਿ ਕਿੱਥੇ ਕਿੱਥੇ ਰਾਜਾ ਵੜਿੰਗ ਦਾ ਬਕਾਇਆ। ਅੱਜ ਤੁਸੀਂ ਕਹਿੰਦੇ ਹੋ ਕਿ ਸਾਡਾ ਲੱਕ ਟੁੱਟਿਆ ਪਿਆ। ਔਰ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਛੋਟਾ ਟਰਾਂਸਪੋਰਟਰ ਜਿਹੜਾ ਹੈ ਜਾਂ ਵੱਡਾ ਟਰਾਂਸਪੋਰਟਰ ਹੈ ਜਿਹੜਾ ਕੋਵਿਡ ਦੇ ਦੌਰ ਤੋਂ ਬਚਿਆ ਨਹੀਂ ਹੈ, ਕਿਉਂਕਿ ਸਾਰੀ ਆਵਾਜਾਈ ਬੰਦ ਹੋ ਗਈ, ਹਾਲੇ ਵੀ ਫੁੱਲ ਕਪੈਸਿਟੀ ਤੇ ਬੱਸਾਂ ਨਹੀਂ ਚੱਲ ਰਹੀਆਂ। ਬਿਲਕੁਲ ਬਿਲਕੁਲ, ਠੀਕ ਹੈ ਨਾ। ਸੋ ਦੋਨੇ ਚੀਜ਼ਾਂ ਵੇਖਣ ਵਾਲੀਆਂ ਨੇ, ਪਰ ਇੱਕ ਪਾਸੇ ਤੁਸੀਂ ਆਪਣੇ ਸ਼ਰੀਕ ਦਾ
ਕਰਜ਼ਾ ਲਾਉਣ ਤੋਂ ਪਹਿਲੇ ਨੋਟ ਭਰ ਕੇ ਬੈਗ ਦੇ ਵਿੱਚ ਕਿ ਦੱਸੋ ਭਾਈ ਕਿਹਨੇ ਕਿਹਨੇ ਲੈਣੇ ਆ। ਦੂਸਰੇ ਪਾਸੇ ਕਹਿੰਦੇ ਕਿ ਯਾਰ ਸਾਡੇ ਕੋਲ ਤੰਗੀ ਹੈ, ਤੰਗੀ ਹੈ। ਔਰ ਦੂਜੀ ਗੱਲ ਇਹ ਆ ਕਿ ਰਾਜਾ ਵੜਿੰਗ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਨੋਟਸ ਕੱਢਦੇ ਜਨਤਕ ਅਖਬਾਰ ਦੇ ਵਿੱਚ ਭਾਈ ਆ ਟੈਕਸ ਡਿਊ ਹੈ, ਕਿਉਂਕਿ ਸੁਣਨ ਦੇ ਵਿੱਚ ਆ ਰਿਹਾ ਕਿ ਕਰਤਾਰ ਬੱਸ ਦਾ ਵੀ ਡਿਊ ਹੈ। ਕੱਲ ਜਿਹੜੇ ਟਰਾਂਸਪੋਰਟਰ ਕਰ ਰਹੇ ਸੀਗੇ ਕਾਨਫਰੰਸ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਬੱਸਾਂ ਦਾ ਵੀ ਟੈਕਸ ਡਿਊ ਹੈ। ਉਹਦੇ 'ਚ ਜ਼ਿਕਰ ਆ ਰਿਹਾ ਅਵਤਾਰ ਹਮਰੇ ਉਹਨਾਂ ਦੀ ਟਰਾਂਸਪੋਰਟ ਦਾ ਕਿ 2 ਕਰੋੜ ਉਹਨਾਂ ਦਾ ਡਿਊ ਹੈ। ਹਾਲਾਂਕਿ ਆਪਾਂ ਪੁਸ਼ਟੀ ਨਹੀਂ ਕਰਦੇ ਕਿਉਂਕਿ ਡਾਕੂਮੈਂਟ ਨਹੀਂ ਹੈ, ਕਿਉਂਕਿ ਇਹ ਸਿਰਫ ਕਹਿ ਲਓ ਕਿ ਗਰਬਲੀ ਇਲਜ਼ਾਮ ਨੇ। ਦੂਜੀ ਚੀਜ਼ ਕਿ ਟਿੱਕੀ ਢਿੱਲੋਂ ਜੀ ਦੀ ਵੀ ਇੱਕ ਟਰਾਂਸਪੋਰਟ ਆ, ਜਿਹੜੇ ਫਰੀਦਕੋਟ ਤੋਂ MLA ਨੇ ਤੇ ਸਹਿਕਾਰਤਾ ਮਹਿਕਮੇ ਦੇ ਡਾਇਰੈਕਟਰ ਨੇ, ਤਾਂ ਉਹਨਾਂ ਨੇ ਵੀ ਇਹ ਦੋਸ਼ ਲਾਇਆ ਟਰਾਂਸਪੋਰਟਰਾਂ ਨੇ ਉਹਨਾਂ ਤੇ ਕਿ ਭਾਈ ਉਹ ਵੀ ਟੈਕਸ ਦੇ ਡਿਫਾਲਟਰ ਨੇ, ਮਤਲਬ ਕਿ 1 ਕਰੋੜ ਉਹਨਾਂ ਦਾ ਬਕਾਇਆ, 13 ਲੱਖ ਰੁਪਇਆ ਮਨਪ੍ਰੀਤ ਬਾਦਲ ਦੀ ਟਰਾਂਸਪੋਰਟ ਦਾ ਬਕਾਇਆ। ਤਾਂ ਕਿੰਨਾ ਚੰਗਾ ਹੋਵੇ ਕਿ ਇੱਕ ਅਖਬਾਰ ਦੇ ਪੰਨੇ ਦੇ ਵਿੱਚ ਟਰਾਂਸਪੋਰਟ ਮਹਿਕਮਾ ਸਾਰੇ ਹੀ ਟਰਾਂਸਪੋਰਟਰਸ ਦਾ ਜ਼ਿਕਰ ਕਰੇ ਕਿ ਇੰਨਾ ਟੈਕਸ ਤੁਹਾਡਾ ਬਕਾਇਆ ਮਿੱਤਰੋ, ਇੰਨੇ ਦਿਨ ਦੇ ਅੰਦਰ ਅੰਦਰ ਤੁਹਾਨੂੰ ਜਮ੍ਹਾਂ ਕਰਾਉਣ ਦਾ ਅਸੀਂ ਟਾਈਮ ਦਿੰਦੇ ਆ, ਇੰਨੀਆਂ ਕਿਸ਼ਤਾਂ ਕਰਾ ਲਓ, ਅੱਗੇ ਤੋਂ ਭਾਈ ਤੁਹਾਡਾ ਟੈਕਸ ਜਿਹੜਾ ਉਹ ਟਾਈਮ ਟੂ ਟਾਈਮ ਆਉਣਾ ਚਾਹੀਦਾ। ਤਾਂ ਉਹਦੇ 'ਚ ਪਤਾ ਲੱਗ ਜਾਏਗਾ ਨਾਲੇ ਤਾਂ ਬਿਲਕੁਲ ਕਿੱਥੇ ਕਿੰਨਾ ਕੁਛ ਕੀ ਖੜਾ। ਇਹ ਤਾਂ ਸਾਫ਼ ਆ ਕਿ ਟਰਾਂਸਪੋਰਟ ਧੰਦੇ ਦੇ ਵਿੱਚ ਪਾਵਰਫੁਲ ਆਦਮੀਆਂ ਨੇ ਖੂਬ ਕਮਾਈ ਕੀਤੀ ਹੈ, ਪਰ ਹੁਣ ਇਹਦੇ ਤੇ ਖੂਬ ਰਾਜਨੀਤੀ ਵੀ ਹੋ ਰਹੀ ਹੈ। ਰਾਜਨੀਤੀ ਹਰ ਥਾਂ ਤੇ ਉੱਤੇ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਗਿਆ, ਟੈਕਸ ਆਇਆ ਕਿ ਨਵਜੋਤ ਸਿੱਧੂ ਮਤਲਬ ਵੇਖੋ ਜੇ ਭਾਜਪਾ ਹੀ ਜਾ ਸਕਦੇ ਨੇ ਜਾਂ ਉੱਥੇ ਕੁਝ ਵੀ ਹੋ ਸਕਦਾ ਹੈ, ਕੋਈ ਵੀ ਕਿਤੇ ਜਾ ਸਕਦਾ ਹੈ ਕਿ ਨਵਜੋਤ ਸਿੱਧੂ ਨੂੰ ਆਗਿਆ ਨਹੀਂ ਮਿਲੀ, ਕੋਈ ਟੈਕਨੀਕਲ ਵਜ੍ਹਾ ਵੀ ਹੋ ਸਕਦੀ ਹੈ, ਪਰ ਤੁਹਾਡਾ ਇੱਥੇ ਕੀ ਨਜ਼ਰੀਆ? ਨਹੀਂ ਉਹਦੇ ਤੇ ਮੇਰੇ ਖਿਆਲ ਦੇ ਨਾਲ ਕੱਲ ਨੂੰ ਜਾ ਰਿਹਾ, ਉਹ ਕੱਲ ਨੂੰ ਜਾ ਰਿਹਾ, ਸ਼ਾਇਦ 1 ਦਿਨ ਲੇਟ ਜਾ ਰਿਹਾ। ਬਾਕੀ ਦੇਖੋ ਕਿਉਂਕਿ ਸੂਚੀ ਜਿਹੜੀ ਆ ਕੱਲੀ ਇੰਡੀਆ ਗਵਰਨਮੈਂਟ ਵੱਲੋਂ ਹੀ ਪ੍ਰਵਾਨ ਨਹੀਂ ਹੋਣੀ, ਉਧਰ ਪਾਕਿਸਤਾਨ ਨੇ ਵੀ ਤਾਂ ਪ੍ਰਵਾਨ ਕਰਨੀ ਹੈ ਨਾ। ਹੋ ਸਕਦਾ ਕਿ ਜਿਵੇਂ ਹੁਣ ਮੰਨ ਲਓ ਪਹਿਲੇ 70 ਦੀ ਬੇਸ ਤੇ ਆ, ਹੋ ਸਕਦਾ ਉਹਨਾਂ ਦਾ ਨੰਬਰ 71ਵੇਂ ਤੇ ਹੋਵੇ, ਕੁਛ ਵੀ ਹੋ ਸਕਦਾ, ਆਪਾਂ ਨੂੰ ਪਤਾ ਨਹੀਂ ਹੈ। ਸੋ ਇਸ ਕਰਕੇ ਖਬਰ ਤੇ ਇਹ ਆ ਰਹੀ ਸੀਗੀ ਕਿ ਉਹਨਾਂ ਨੂੰ 1 ਦਿਨ ਬਾਅਦ ਜਾਣ ਦਾ ਮੌਕਾ ਮਿਲੇਗਾ। ਕੋਈ ਗੱਲ ਨਹੀਂ, ਅੱਜ ਕੈਬਨਿਟ ਜਾਏਗੀ, ਕੱਲ ਨੂੰ ਉਹ ਜਾਓਗੇ ਜੀ। ਵੈਸੇ ਵੀ ਤੁਹਾਨੂੰ ਪਤਾ ਉਹਨਾਂ ਨੂੰ ਟਾਟਾ ਵੀ ਜਾਣਾ ਹੁੰਦਾ, ਮਤਲਬ ਕੱਢ ਹੀ ਚੱਲਣਾ ਹੁੰਦਾ ਥੋੜਾ ਜਿਹਾ। ਕਿਸਾਨ ਆਗੂ ਖੁੱਲ ਕੇ ਹੁਣ ਇੱਕ ਦੂਜੇ ਦੇ ਸਾਹਮਣੇ ਜਿਹੜੇ ਨੇ ਆ ਗਏ ਨੇ। ਵੈਸੇ ਤਾਂ ਚਲੋ ਪਹਿਲਾਂ ਤਾਂ ਸ਼ੁਰੂ ਤੋਂ ਹੀ ਸੁਰਾਂ ਥੋੜ੍ਹੀਆਂ ਬਹੁਤੀਆਂ ਕਾਫੀ ਮਹੀਨਿਆਂ ਤੋਂ ਹੀ ਵੱਖਰੀਆਂ ਵੱਖਰੀਆਂ ਰਾਗੀਆਂ ਜਾ ਰਹੀਆਂ ਨੇ, ਪਰ ਹੁਣ ਕੀ ਲੱਗਦਾ ਤੁਹਾਨੂੰ ਜੇ ਇਸ ਤਰੀਕੇ ਨਾਲ ਜਿਹੜੇ ਸਾਹਮਣੇ ਆਏ ਨੇ, ਕੀ ਨਜ਼ਰੀਆ ਤੁਹਾਡਾ? ਨਹੀਂ ਦੇਖੋ ਇਹ ਤਾਂ ਹੁਣ ਕਹਿ ਲਓ ਕਿ ਬਹੁਤ ਜ਼ਿਆਦਾ ਪਾਟਕ ਵਾਲਾ ਕੰਮ ਨਜ਼ਰ ਆ ਰਿਹਾ, ਕਿਉਂਕਿ ਕੱਲ ਜਦੋਂ ਇਹਨਾਂ ਦੀ ਹੋਈ ਸੀਗੀ ਮੀਟਿੰਗ CM ਸਾਹਿਬ ਦੇ ਨਾਲ, ਤੇ ਉਸ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਕੀਤੀ ਨੇ ਇਹਨਾਂ ਨੇ, ਰਾਜੇਵਾਲ ਸਾਹਿਬ ਜਿਹਨੂੰ ਕਹਿ ਲਓ ਕਿ ਲੀਡ ਕਰ ਰਹੇ ਸੀਗੇ, ਤਾਂ ਉੱਥੇ ਇਹਨਾਂ ਨੇ ਸਾਫ਼ ਕਹਿ ਦਿੱਤਾ ਕਿ ਗੁਰਨਾਮ ਸਿੰਘ ਝੜੂਨੀ ਜੋ ਕਰ ਰਹੇ ਨੇ ਪੰਜਾਬ ਦੇ ਵਿੱਚ, ਅਸੀਂ ਉਹਨਾਂ ਦੇ ਨਾਲ ਇਤਫਾਕ ਨਹੀਂ ਰੱਖਦੇ ਤੇ ਉਹਨਾਂ ਦੇ ਨਾਲ ਵੈਸਾ ਹੀ ਵਤੀਰਾ ਅਖਤਿਆਰ ਕਰਾਂਗੇ ਜਿਸ ਤਰ੍ਹਾਂ ਦੂਸਰੀਆਂ ਪਾਰਟੀਆਂ ਦੇ ਲੀਡਰਸ ਦੇ ਨਾਲ ਕਰਦੇ। ਉਹਨਾਂ ਨੂੰ ਵੀ ਸਵਾਲ ਹੋਣਗੇ, ਉਹਨਾਂ ਨੂੰ ਕਾਲੇ ਝੰਡੇ ਵੀ ਵਿਖਾਏ ਜਾਣਗੇ, ਕਿਉਂਕਿ ਮਤਲਬ ਉਹ ਪੋਲਿਟਿਕਸ ਦੇ ਵਿੱਚ ਆ ਗਏ ਆ। ਤਾਂ ਉਹਨਾਂ ਨੇ ਗੁਰਨਾਮ ਸਿੰਘ ਝੜੂਨੀ ਹੋਰਾਂ ਨੇ ਦੁਪਹਿਰੇ ਹੀ ਸੱਪ ਕੱਢ ਦਿੱਤਾ ਸੀ ਕਿ ਇਹ ਜਿਹੜੇ ਪੰਜਾਬ ਦੇ ਆਗੂ ਆ ਉਹ ਸਾਡੀਆਂ ਇੱਥੇ ਹਰਿਆਣੇ ਵਾਲੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਚਪਾਟਕ ਪਾਉਣ ਦਾ ਕੰਮ ਕਰ ਰਹੇ ਆ। ਤਾਂ ਮਾਜਰਾ ਤਾਂ ਵਿਗੜ ਗਿਆ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਮਾਮਲਾ ਦੇਖੋ ਅਸੀਂ ਥੋੜਾ ਜਿਹਾ ਚਲੋ ਪੰਜਾਬ ਦੀ ਰਾਜਨੀਤੀ ਤੇ ਆਪਾਂ ਫੋਕਸਡ ਰਹਿੰਦੇ ਆ, ਹਰਿਆਣੇ ਦੇ ਵਿੱਚ ਜੇ ਦੇਖੋਗੇ ਤਾਂ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖਿੱਚਾਤੂ ਵਾਲਾ ਮਾਹੌਲ ਆ। ਹੋਇਆ ਕੀ ਆ ਕਿ ਗੁਰਨਾਮ ਸਿੰਘ ਝੜੂਨੀ ਜਿਹੜੇ ਸੀਗੇ, ਤੁਹਾਨੂੰ ਪਤਾ ਹੀ ਆ ਕਿ ਐਲਨਾਬਾਦ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਦੇ ਟਿਕੈਤ ਦੇ ਨਾਲ ਸੁਰ ਨਹੀਂ ਮਿਲੇ, ਪਹਿਲਾਂ ਵੀ ਕੱਕਾ ਦੇ ਨਾਲ ਵੀ ਡਿਫਰੈਂਸ ਰਹੇ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਡਿਫਰੈਂਸ ਰਹੇ। ਹੋਇਆ ਕੀ ਆ ਕਿ ਇਹਨਾਂ ਨੇ ਆਪਣੀ ਇੱਕ ਯਾਤਰਾ ਲਾਣੀ ਸੀ 25 ਤਰੀਕ ਨੂੰ, ਤੇ ਮਾਮਲਾ ਜਿਹੜਾ ਹੈ ਉਹ ਇਹ ਆ ਕਿ SKM ਪਹਿਲਾਂ ਬਣਿਆ ਸੀ ਇੱਕ ਸਾਂਝਾ ਕਿਸਾਨ ਮੋਰਚਾ, ਜਿਹੜਾ ਉਹ ਆਪਾਂ ਦਿੱਲੀ ਤੋਂ ਦੇਖਦੇ ਆ, ਜਿਹੜਾ ਕਿ ਨੈਸ਼ਨਲ ਵਾਈਡ ਆ। ਜਿਹੜਾ ਹਰਿਆਣੇ ਦਾ ਸਾਂਝਾ ਕਿਸਾਨ ਮੋਰਚਾ ਪਹਿਲਾਂ ਉਹਦੇ ਚ ਝੜੂਨੀ ਸਾਹਿਬ ਬਣਾਏ ਗਏ ਸਨ ਪ੍ਰਧਾਨ, ਪਰ ਉਹਦੇ ਬਰੋਬਰ ਇਹਨਾਂ ਨੇ ਇੱਕ ਨਵਾਂ SKM ਖੜਾ ਕਰ ਦਿੱਤਾ। 2 SKM ਹੋ ਗਏ ਹਰਿਆਣੇ ਦੇ ਅੰਦਰ ਹੀ। ਇਹਨਾਂ ਨੇ ਯਾਤਰਾ ਐਲਾਨੀ ਤਾਂ ਦੂਸਰੇ ਪਾਸੋਂ ਦੂਸਰੇ SKM ਵਾਲਿਆਂ ਨੇ ਕਹਿਤਾ ਕਿ ਅਸੀਂ 1 ਦਿਨ ਪਹਿਲਾਂ ਹੀ ਮਤਲਬ ਕੱਢਾਂਗੇ। ਤਾਂ ਇੱਥੇ ਵੀ ਬਹੁਤ ਵੱਡਾ ਡਿਫਰੈਂਸ ਨਜ਼ਰ ਆ ਰਿਹਾ ਸੀਗਾ। ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਗੁਰਨਾਮ ਸਿੰਘ ਝੜੂਨੀ ਨੇ ਕੱਲ ਕਿਹਾ ਕਿ ਅਸੀਂ ਇਹ ਯਾਤਰਾ ਜਿਹੜੀ ਪ੍ਰਸਤਾਵਿਤ ਯਾਤਰਾ ਹੈ ਜਿਹੜੀ ਸਾਡੀ, ਉਹ ਅਸੀਂ ਵਾਪਸ ਲੈਣੀ ਆ
ਅਸੀਂ ਇਸ ਅੰਦੋਲਨ ਵਾਸਤੇ ਸਿਰ ਕਟਾ ਵੀ ਸਕਦੇ ਹਾਂ, ਸਿਰ ਝੁਕਾ ਵੀ ਸਕਦੇ ਹਾਂ, ਵਧੀਆ ਗੱਲ ਸੀਗੀ। ਪਰ ਹੁਣ ਇਹਨਾਂ ਦਾ ਕਹਿਣਾ ਇਹ ਆ ਕਿ ਉਹ ਜਿਵੇਂ ਕਹਿ ਰਹੇ ਆ ਕਿ ਇਹ ਸਾਰਾ ਕੁਝ ਜਿਵੇਂ SKM ਦੇ ਬਰੋਬਰ ਹਰਿਆਣੇ ਦੇ ਵਿੱਚ SKM ਖੜਾ ਕਰਨ ਦਾ ਸਾਰਾ ਜਿਹੜਾ ਮੰਤਵ ਸੀਗਾ, ਸਾਰਾ ਕੰਮਕਾਰ ਸੀਗਾ ਜਿਹੜਾ, ਉਹ ਪੰਜਾਬ ਦੇ ਆਗੂਆਂ ਦਾ ਸੀਗਾ। ਤਾਂ ਹੁਣ ਪੰਜਾਬ ਵਾਲੇ ਕਹਿੰਦੇ ਆ ਕਿ ਅਸੀਂ ਇਸ ਨਾਲ ਬੱਚੇ ਵੜਨਾ ਨਹੀਂ ਦੇਣਾ। ਆਹੀ ਹੈ ਨਾ ਕਿ ਜਿਸ ਤਰ੍ਹਾਂ ਦੂਜਿਆਂ ਦਾ ਵਿਰੋਧ ਹੁੰਦਾ, ਇਹਨਾਂ ਦਾ ਵੀ ਵਿਰੋਧ ਹੋਊਗਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹੀ ਹੈ ਨਾ ਕਿ ਤੁਸੀਂ ਗੁਰਨਾਮ ਸਿੰਘ ਚੜੂਨੀ ਜੇ ਗਲਤ ਕਰ ਰਹੇ ਆ ਤੇ ਤੁਸੀਂ ਉਹਨਾਂ ਨੂੰ ਅਲੱਗਾ ਕਰ ਦਿਓ, ਤੇ ਡਰ ਕਾਹਦਾ? ਡਰ ਕਾ ਜਦੋਂ ਇੱਕ ਪਾਸੇ ਤਾਂ ਤੁਸੀਂ ਮੰਨ ਰਹੇ ਹੋ ਕਿ ਕੁਝ ਉਹ ਅਲੱਗਾ ਕਰ ਰਿਹਾ, ਕੁਝ ਅਲੱਗ ਕਰ ਰਿਹਾ, ਜਿਹੜਾ ਕਿ SKM ਦੀ ਜੋ ਵੀ ਸਿਧਾਂਤਕ ਪਹੁੰਚਿਆ ਉਹਦੇ ਤੋਂ ਪਾਸੇ ਆ, ਤਾਂ ਦੂਸਰੇ ਪਾਸੇ ਤੁਸੀਂ ਉਹਨੂੰ ਰੱਖੀ ਵੀ ਬੈਠੇ ਹੋ ਤੇ ਨਾਲ ਹੁਣ ਇਹ ਐਲਾਨ ਕਰ ਦਿੱਤਾ ਕਿ ਝੰਡੇ ਦਿਖਾਏ ਜਾਣਗੇ। ਹੁਣ ਮੈਂ ਜਿਹੜੀ ਗੱਲ ਤੁਹਾਨੂੰ ਵਾਰ-ਵਾਰ ਕਹਿੰਦਾ ਸੀਗਾ ਅੱਜ ਤੋਂ ਕਈ ਮਹੀਨੇ ਪਹਿਲਾਂ ਤੋਂ ਕਿ ਪਾਠਕ ਜਿਹੜਾ ਇਸਲੇ ਪੱਧਰ ਤੇ ਵਿਰੋਧ ਵਾਲਾ ਹੋਏਗਾ, ਹੁਣ ਜੇ ਗੁਰਨਾਮ ਸਿੰਘ ਚੜੂਨੀ ਨੂੰ ਕੋਈ ਕਾਲੇ ਝੰਡੇ ਵਿਖਾਉਣ ਆਏਗਾ ਤਾਂ ਕਾਲੇ ਝੰਡੇ ਵਿਖਾਉਣ ਵਾਲਿਆਂ ਦੇ ਵਿਰੋਧ 'ਚ ਕੌਣ ਖੜਾ ਹੋਊਗਾ? ਬਿਲਕੁਲ ਵੈਰੀ ਗੁੱਡ ਪੁਆਇੰਟ ਜਿਹੜਾ ਵਾ ਉਹ ਮੇਰੇ ਮਨ 'ਚ ਵੀ ਆ ਰਿਹਾ ਸੀਗਾ ਵੀ ਹੁਣ ਇਹ ਜੇ ਸੁਰਾਂ ਇਹਨਾਂ ਦੀਆਂ ਆਪਸ 'ਚ ਜਿਹੜੀਆਂ ਨੇ ਵਿੰਗੀਆਂ ਹੋਈਆਂ ਨੇ ਤਾਂ ਉਹ ਮਤਲਬ ਜੇ ਉਹਨਾਂ ਦਾ ਵਿਰੋਧ ਹੋ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ, ਚਲੋ ਅਸੀਂ ਜਿੱਥੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨਾ ਉੱਥੇ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰਦੇ। ਜੇ ਕਾਂਗਰਸੀ ਆ ਤੇ ਉਹ ਕਹਿ ਰਹੇ ਕਾਂਗਰਸੀਆਂ ਦੇ ਭੇਜ ਦੇ ਵਿੱਚ ਕਿਸਾਨ ਨੇ, ਤੇ ਜੇ ਇਹ ਆਉਣਗੇ ਤਾਂ ਫਿਰ ਪਈ ਇਹਨਾਂ ਨੂੰ ਕਾਲੀ ਝੰਡੀਆਂ ਦਿਖਾਉਣ ਵਾਲੇ ਕੌਣ ਹੋਣਗੇ? ਉੱਥੇ ਫਿਰ ਸਿੰਘ ਚਾਲਾ ਸਾਹਿਬ ਬੇਸਿਕ ਸਵਾਲ ਪੰਜਾਬ ਦੇ ਆਗੂ ਅੱਗੇ ਇਹ ਹੋਏਗਾ ਕਿ ਉਹ 3 ਮਹੀਨੇ ਤੋਂ ਕਰ ਰਹੇ ਨੇ ਇਲੈਕਸ਼ਨ ਦੀ ਤਿਆਰੀ। ਬਿਲਕੁਲ, ਤੁਸੀਂ 3 ਮਹੀਨੇ ਉਹਨਾਂ ਨੂੰ ਫ੍ਰੀ ਹੈਂਡ ਕਿਉਂ ਦਿੱਤਾ? ਬਿਲਕੁਲ, ਤੁਸੀਂ ਕਾਂਗਰਸ ਨੂੰ ਫ੍ਰੀ ਹੈਂਡ ਕਿਉਂ ਦੇ ਰਹੇ ਹੋ? ਬਿਲਕੁਲ 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 ਕਾਂਗਰਸੀ ਤਾਂ ਰੈਲੀਆਂ ਵੀ ਕਰ ਰਹੇ ਨੇ, ਕਾਂਗਰਸੀ ਸਾਰਾ ਕੁਝ ਕਰ ਰਹੇ ਨੇ। ਚਲੋ ਅਫੀਮ ਦੇ ਮਾਮਲੇ ਦੇ ਵਿੱਚ ਜਿਹੜੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਨੇ ਸਿੱਧੂ ਫੈਮਿਲੀ ਤੇ ਬਾਦਲ ਫੈਮਿਲੀ, ਇਹਦੇ ਤੇ ਤੁਹਾਡਾ ਵੀ ਨਜ਼ਰੀਆ ਲੈ ਲਈਏ, ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਇਸ ਚੀਜ਼ ਦੇ ਵਿੱਚ ਨਾ ਇਸ ਚੀਜ਼ ਨੂੰ ਗੰਭੀਰਤਾ ਨਾਲ ਲੈਣ ਵਾਲਾ ਹਾਂ, ਕਿਉਂਕਿ ਇਹ ਮੁੱਦਾ ਹਾਸੇ ਖਿੱਥੇ ਵਾਲਾ ਨਹੀਂ ਹੁੰਦਾ ਜਿਹੜਾ ਅਸੀਂ ਲੈ ਕੇ ਚਲੇ ਜਾਂਦੇ ਹਾਂ। ਮੈਂ ਇੱਕ ਪਲੇਟਫਾਰਮ ਤੇ ਕਿਹਾ ਸੀਗਾ ਇੱਕ ਵਾਰੀ, ਅਸੀਂ ਬਹੁਤ ਵੱਡੇ ਕਿਸੇ ਸੈਮੀਨਾਰ 'ਚ ਇਕੱਠੇ ਹੋਏ ਸੀਗੇ ਕਿ ਯਾਰ ਅਸੀਂ ਇੱਕ ਫਾਰਮੈਲਿਟੀ ਕਰਦੇ ਹਾਂ, ਸਿਆਸਤਦਾਨ ਆਪਣੀ ਫਾਰਮੈਲਿਟੀ ਕਰਦੇ ਆ, ਪਰ ਦਰਅਸਲ ਗੰਭੀਰਤਾ ਜਿਹੜੀ ਉਹ ਚਾਹੀਦੀ ਹੈ ਇਸ ਮੁੱਦੇ ਤੇ। ਕੋਈ ਮੁੱਦਾ ਸਧਾਰਨ ਨਹੀਂ ਹੈ। ਫੀਮ ਖਾਣੀ ਨਾ ਖਾਣੀ, ਕੋਈ ਇਲੀਗਲ ਕੰਮ ਕਰਨਾ ਨਾ ਕਰਨਾ, ਉਹ ਭਾਈ ਕਿਸੇ ਦੇ ਆਖਿਆ ਕੋਈ ਨਹੀਂ ਹੱਟਦਾ। ਬਿਲਕੁਲ, ਯਾਨ ਖਾਣੀ ਆ 20 ਕਿਲੋ ਫੀਮ ਇੱਕ ਦਿਨ ਫੜੀ ਗਈ ਪੰਜਾਬ 'ਚ, 20 ਕਿਲੋ ਇੱਕ ਦਿਨ ਫੜੀ ਗਈ ਤੇ 8 ਇੱਕ ਦਿਨ ਫੜੀ ਗਈ, 28 ਕਿਲੋ ਦੀ ਰਿਕਵਰੀ ਤੇ 2 ਦਿਨਾਂ 'ਚ ਹੋਈ ਹੈ ਇੱਥੇ ਪੰਜਾਬ 'ਚ। ਉਹ ਕੌਣ ਖਾ ਰਿਹਾ ਵੀ? ਕੌਣ ਕਰ ਹੌਜ਼ਰੀ ਦੇ ਵਿੱਚ ਕੰਮ ਕਰਨ ਵਾਲਾ ਪੂਰਬ ਦਾ ਮਜ਼ਦੂਰ ਖਾ ਰਿਹਾ ਇੱਥੇ, ਜਿਹੜਾ 400-500 ਰੁਪਏ ਦਿਹਾੜੀ ਪਾਉਂਦਾ ਹੈਗਾ? ਸਾਡੇ ਪੰਜਾਬੀ ਖਾਂਦੇ ਨੇ, ਸਾਡੇ ਪੰਜਾਬੀ ਖਾਂਦੇ ਨੇ। ਔਰ 15 ਸਾਲ 16 ਸਾਲ ਦੀ ਉਮਰ ਤੋਂ ਲੈ ਕੇ 80 90 ਸਾਲ ਤੱਕ ਦੇ ਖਾਂਦੇ ਨੇ। ਇਹ ਕੋਈ ਝੂਠ ਹੈ ਤਾਂ ਮੈਨੂੰ ਦੱਸ ਦਿਓ। ਕੋਈ ਵੀ ਬੰਦਾ ਕਹਦੇ ਕਿ ਨਹੀਂ ਇਹ ਝੂਠ ਹੈ, ਤੁਹਾਨੂੰ ਦੱਸ ਦਿਓ। ਤੁਸੀਂ ਲੁੱਕ ਕੇ ਖਾਂਦੇ ਨੇ ਜੀ ਜੀ। ਔਰ ਉਹ ਪੈਸਾ 2 ਨੰਬਰ ਦਾ ਪੈਸਾ ਕਿੱਥੇ ਜਾਂਦਾ? ਮਿੰਟੂ ਜੀ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਗੱਲ ਤੁਸੀਂ ਕੀਤੀ ਹੈ ਕਿ ਇਸ ਗੱਲ ਨੂੰ ਹਾਸੇ ਠੱਠੇ ਨਾਲ ਅਸੀਂ ਮੇਖਾ ਚ ਰੰਗਲਾ ਪੰਜਾਬ ਦੀ ਮੰਚ ਤੇ ਹਾਸੇ ਠੱਠੇ ਨਾਲ ਕਦੀ ਕਿਸੇ ਚੀਜ਼ ਨੂੰ ਲਿਆ ਨਹੀਂ। ਹੀਰੇ ਜਵਾਹਰਾਤ ਜਿਹੜੇ ਨੇ ਉਹ ਤਾਂ ਪੰਜਾਬ ਨਹੀਂ, ਮੈਂ ਇੱਕ ਮਿੰਟ ਮੈਂ ਗੱਲ ਕਰ ਲੱਗਾ ਕਿ ਹੀਰੇ ਜਵਾਹਰਾਤ ਕਦੇ ਪੰਜਾਬ ਦੇ ਵਿੱਚੋਂ ਨਹੀਂ ਥੈਲੀਆਂ ਚੋਂ ਫੜੇ ਗਏ, ਕਿਉਂਕਿ ਉਹਨਾਂ ਕੋਲ ਖਰੀਦਣ ਦੀ ਹਿੰਮਤ ਹੀ ਹੈ ਨਹੀਂ। ਗੁਜਰਾਤ ਬੰਗਾਲ ਵਾਲੇ ਪਾਸਿਓਂ ਅਸੀਂ ਹੀਰੇ ਜਵਾਹਰਾਤ ਦੀ ਮੈਂ ਕਈ ਵਾਰੀ ਕੀਤਾ ਕਿ ਉੱਥੋਂ ਉਧਰਲੇ ਪਾਸਿਓਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਤਲਬ ਸਮਗਲਿੰਗ ਹੁੰਦੀ ਦੀਆਂ ਖਬਰਾਂ ਅਸੀਂ ਸੁਣਦੇ ਹਾਂ। ਇੱਧਰਲੇ ਪਾਸੇ ਚਿੱਟਾ ਹੋ ਗਿਆ, ਫੀਮ ਹੋ ਗਈ, ਭੁੱਕੀ ਹੋ ਗਈ, ਆ ਜਿਹੜੀਆਂ ਨੇ ਸਾਡੇ ਵੇਲੇ ਇੱਕ ਉੱਥੇ ਥੱਕਿਆ ਟੁੱਟਾ ਬੰਦਾ ਹੁੰਦਾ ਸੀ ਤੇ ਇੱਕ XXX ਕੈਪਸੂਲ ਹੁੰਦਾ ਸੀ ਮੇਰੇ ਖਿਆਲ ਦੇ ਵਿੱਚ, ਹੈ ਨਹੀਂ ਪ੍ਰੋਕਸੀਵਨ ਹੁੰਦੀ ਸੀ ਆਈ ਥਿੰਕ ਸੋ, ਇਹੋ ਜਿਹਾ ਕੁਝ ਕਹਿੰਦੇ ਹੁੰਦੇ ਸੀ ਜਾ ਕੇ, ਤੇ ਉਹ ਜਾਂ 12 ਨੰਬਰ ਦੀ ਦਵਾਈ ਡਾਕਟਰ ਬਣਾ ਦਿੰਦਾ ਹੁੰਦਾ ਸੀਗਾ, ਬਹੁਤਾ ਜ਼ਿਆਦਾ ਕੋਈ ਟੁੱਟਦਾ ਹੁੰਦਾ ਸੀ ਸਰੀਰ ਤੇ। ਹੁਣ ਤਾਂ ਪਤਾ ਹੀ ਨਹੀਂ, ਉੱਥੇ ਗੋਲੀਆਂ ਦੇ ਸਾਨੂੰ ਨਾ ਹੀ ਨਹੀਂ ਪਤਾ। ਸਾਨੂੰ ਚਲੋ ਨਾ ਹੀ ਆਉਣ ਚੰਗੀ ਗੱਲ ਲੱਗਾ, ਕਿਸੇ ਨੂੰ ਨਾ ਯਾਦ ਰਹਿਣ। ਪਰ ਆਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਅਫੀਮ ਉੱਥੇ ਜੇ ਇੰਨੀ ਆਉਂਦੀ ਆ ਤੇ ਖਾਂਦੇ ਨੇ ਲੋਕ ਤਾਂ ਹੀ ਆ ਨਾ, ਜੇ ਲੋੜ ਵਾ ਤੇ ਜ਼ਰੂਰਤ ਵਾ ਤੇ ਫੇਰ ਹੀ ਆਉਂਦੀ ਆ ਨਾ, ਉੱਥੇ ਫੜੀ ਕਿਉਂ ਜਾਂਦੀ ਆ ਫੇਰ? ਮਸਲਾ ਤਾਂ ਇਹੀ ਆ ਨਾ ਕਿ ਇੱਥੇ ਮਜ਼ਾਕ ਬਣ ਜਾਂਦਾ ਜਦੋਂ ਉਹਦਾ ਅੱਧੇ ਉੱਧਰ ਹੋ ਜਾਂਦੇ, ਅੱਧੇ ਉੱਧਰ ਹੋ ਜਾਂਦੇ। ਸਿਆਸੀ ਤੌਰ ਤੇ ਵੀ ਉਹ ਕਹਿੰਦਾ ਹੁਣ ਜਿਵੇਂ ਬੀਬੀ ਬਾਦਲ ਕਹਿੰਦੀ ਸੁਖਬੀਰ ਖਾਂਦਾ ਸੀਗਾ, ਮੈਂ ਤੈਨੂੰ ਕਈ ਵਾਰ ਵੇਖਿਆ ਗੱਡੀ 'ਚ ਖਾਂਦੇ ਨੂੰ, ਤੇ ਬਾਦਲ ਵੱਡਾ ਵੀ ਖਾਂਦਾ, ਤੇ ਜਿਹੜੇ ਹੈਗੇ ਆ
ਪ੍ਰਧਾਨ ਜੀ ਸੁਖਬੀਰ ਸਿੰਘ ਬਾਦਲ, ਉਹ ਕਹਿੰਦਾ ਬੀਬੀ ਸਿੱਧੂ ਨੂੰ ਫੀਮ ਦੀ ਜ਼ਰੂਰਤ ਹੋਣੀ ਹੈ ਜਿਹੜੀ ਖੇਤੀ ਦੀ ਵਕਾਲਤ ਕਰਦੀ ਪਈ ਹੈ। ਪੈ ਗਿਆ ਨਾ ਉਹ ਰੋਗ ਝੋਲਾ। ਜੀ ਜੀ, ਰੋਗ ਝੋਲਾ। ਅਸੀਂ ਨਹੀਂ ਕਹਿੰਦੇ ਜੇ ਕੋਈ ਕੰਜ਼ਿਊਮ ਕਰਦਾ ਉਹ ਇੱਕ ਆਫੈਂਸ ਆ। ਬੀਬੀ ਸਿੱਧੂ ਦੇ ਸਾਹਮਣੇ ਜੇ ਕੰਜ਼ਿਊਮ ਕੀਤੀ ਆ ਤੇ ਉਹਨੂੰ ਚਾਹੀਦਾ ਸੀਗਾ ਚੁੱਪੀ ਨਾ ਵਰਤਦੀ ਉਦੋਂ। ਪਰ ਦੂਜੇ ਪਾਸੇ ਕਿਸੇ ਬੀਬੀ ਤੇ ਦੋਸ਼ ਨਹੀਂ ਆਪਾਂ ਲਾ ਸਕਦੇ ਮੇਰਾ ਗੱਲ ਤੋਂ ਕਿ ਉਹ ਪੀਂਚੀ ਹੈ ਜਾਂ ਉਹਨੂੰ ਜ਼ਰੂਰਤ ਆ। ਕਹਿਣ ਦਾ ਮਤਲਬ ਇਹ ਆ ਕਿ ਉਹ ਡਾਕਟਰ ਹੈ ਪੇਸ਼ੇ ਤੋਂ, ਔਰ ਬੀਬੀ ਸਿੱਧੂ ਨਹੀਂ ਬੋਲਦੀ। ਮੈਂ ਇਸ ਮੁੱਦੇ ਤੇ ਤੁਹਾਨੂੰ ਲਿਟਰਲੀ ਕਹਿ ਦਿੰਦਾ, ਬੀਬੀ ਸਿੱਧੂ ਨਹੀਂ ਬੋਲ ਰਹੀ। ਵਿਜ਼ਨ ਹੈ ਦੂਜੇ ਪਾਸੇ ਦਾ ਜਿਹੜਾ ਕਿ ਸਿੱਧਾ ਨਹੀਂ ਰੱਖਿਆ ਜਾ ਸਕਦਾ। ਕਈ ਵਾਰ ਗੱਲ ਜਿਹੜੀ ਆ ਹੁਣ ਕੰਗਣਾ ਰਣੌਤ ਵਾਲਾ ਮਸਲਾ ਸੀ, ਮੈਂ ਉਸ ਦਿਨ ਇਹੀ ਗੱਲ ਕਹਿ ਰਿਹਾ ਸੀਗਾ ਕਿ ਕੰਗਣਾ ਰਣੌਤ ਦੇ ਜ਼ਰੀਏ ਇੱਕ ਨੈਰੇਟਿਵ ਵਧਾਇਆ ਜਾ ਰਿਹਾ ਹੈ। ਬੀਬੀ ਸਿੱਧੂ ਕਿਉਂਕਿ ਜੇ ਹੁਣ ਨਵਜੋਤ ਸਿੰਘ ਸਿੱਧੂ ਸਿੱਧੇ ਕਹੇ ਤੁਹਾਨੂੰ ਪਤਾ ਕਿੰਨਾ ਵੱਡਾ ਦੇਸ਼ ਦੇ ਵਿੱਚ ਬਵਾਲ ਹੋ ਜਾਣਾ। ਪਰ ਬੀਬੀ ਸਿੱਧੂ ਪਿਛਲੇ 5 ਦਿਨ ਤੋਂ 7 ਦਿਨ ਤੋਂ ਲਗਾਤਾਰ ਇਹ ਜਮਾਤ ਦੁਹਰਾ ਰਹੇ ਨੇ, ਔਰ ਰੰਧਾਵਾ ਸਾਹਿਬ ਕਹਿ ਰਹੇ ਕਿ ਪੋਸੀਬਲ ਨਹੀਂ ਹੈ ਜਿਹੜੇ ਸਾਡੇ ਹੋਮ ਮਿਨਿਸਟਰ ਆ। ਪਰ ਉਹ ਬਾਰ-ਬਾਰ ਗੱਲ ਨੂੰ ਕਹਿ ਰਹੇ ਆ ਕਿ ਇਹਦੇ ਨਾਲ ਸਾਡਾ ਕਰਜ਼ਾ ਲੱਥ ਜਾਏਗਾ, ਸਾਡਾ ਪਾਣੀ ਬਚ ਜਾਏਗਾ, ਸਾਡੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਪੀੜਤ ਨੇ ਜਿਹੜੇ ਉਹ ਬਚ ਜਾਣਗੇ। ਵੈਸੇ ਜੇ ਕੋਈ ਬਹੁਤ ਖੁੱਲੀ ਬਹਿਸ ਦਾ ਵਿਸ਼ਾ ਬੜਾ ਤਗੜਾ, ਤੁਹਾਨੂੰ ਕਈ ਸਟੱਡੀਆਂ ਦਾ ਅਧਿਐਨ ਕਰਨਾ ਪਏਗਾ ਕਿ ਸਾਨੂੰ ਮਾਰ ਕੌਣ ਰਿਹਾ, ਸਿੰਥੈਟਿਕ ਡਰੱਗ ਮਾਰ ਰਹੀ ਹੈ, ਦਾਰੂ ਮਾਰ ਰਹੀ ਹੈ, ਜਾਂ ਫੀਮ ਦਾ ਨੁਕਸਾਨ ਹੈ। ਤਾਂ ਇਹ ਇੱਕ ਬਹੁਤ ਵੱਡੀ ਬਹਿਸ ਦਾ ਵਿਸ਼ਾ ਬਿਲਕੁਲ ਕਿ ਦੂਜੀਆਂ ਥਾਵਾਂ ਤੇ ਜੇ ਫੀਮ ਹੋ ਸਕਦੀ ਆ, ਭੁੱਖੀ ਹੋ ਸਕਦੀ ਆ ਭਾਈ, ਕੀ ਇੱਥੇ ਪੋਸੀਬਲ ਹੈ? ਜੇ ਨਹੀਂ, ਜੇ ਨੁਕਸਾਨ ਹੈ ਤਾਂ ਨਾ ਕਰੋ। ਪਰ ਆ ਜਿਹੜਾ ਇੱਕ ਦੂਜੇ ਤੇ ਇਲਜ਼ਾਮ ਸੁੱਟ ਦੇਣਾ ਇਹ ਤਾਂ ਗਲਤ ਹੈ ਨਾ। ਕਿਉਂਕਿ ਹੁਣ ਮੈਂ ਤੁਹਾਨੂੰ ਇੱਕ ਸੱਚਾਈ ਦੱਸ ਦਿੰਦਾ, ਇਹਨਾਂ ਨੇ ਜਦੋਂ ਠੇਕੇ ਬੰਦ ਕੀਤੇ ਨੇ, ਕਰਵਾਏ ਨੇ ਰਾਜਸਥਾਨ ਦੇ ਵਿੱਚ, ਉਦੋਂ ਭੁੱਖੀ ਦਾ ਰੇਟ ਸੀਗਾ 500-700 ਨੂੰ। ਉਹੀ ਬੰਦੇ ਮੈਂ ਅੱਜ ਵੀ ਦੇਖਦਾ ਵਾਂ, ਉਹੀ ਬੰਦੇ ਅੱਜ ਵੀ ਰੋਂਦੇ ਕਰਵਾਉਂਦੇ ਉਹੀ ਭੁੱਕੀ 5000 ਨੂੰ ਖਰੀਦਦੇ ਜੀ। ਭੁੱਕੀ ਆਉਂਦੀ ਹੈ ਉਹ 5000 ਦੀ, ਉਹਦੀ ਬਲੈਕ ਚ ਰੇਟ ਵੱਧ ਗਏ। ਠੀਕ ਹੈ, ਜਿਹੜਾ ਗਰੀਬ ਹਿਮਾਚਲ ਸੀਗਾ ਉਹਦਾ ਨੁਕਸਾਨ ਇਹ ਹੋਇਆ ਕਿ ਉਹ 400-500 ਵਾਲੀ ਕਿਲੋ ਤਾਂ ਅਫੋਰਡ ਕਰਦਾ ਸੀਗਾ, ਪਰ ਅੱਜ ਦੀ ਤਰੀਕ ਦੇ ਵਿੱਚ ਉਹ ਗੋਲੀਆਂ ਖਾਂਦਾ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਖਾ ਕੇ ਇੱਕੋ ਦਿਨ ਹੀ ਉਹਦੇ ਗੁਰਦੇ ਬਹਿ ਜਾਂਦੇ ਨੇ। ਸਾਡੇ ਇੱਥੇ ਸਾਡੇ ਇੱਥੇ ਇੱਕ ਮਸਲਾ ਉੱਠਿਆ, ਡੋਡੇ ਜਿਹੜੇ ਨੇ ਜਿਨ੍ਹਾਂ ਤੋਂ ਫੀਮ ਕੱਢ ਕੇ ਮਤਲਬ ਇੱਥੇ ਸਾਡੇ ਨਾ ਵਰਜੀਨੀਆ ਜਿਹਨੂੰ ਕਹਿੰਦੇ ਹਾਂਜੀ ਪੋਪੀ ਫਲਾਵਰ, ਹਾਂਜੀ ਪੋਪੀ ਫਲਾਵਰ ਸਾਡੇ ਇੱਥੇ ਨਾ ਮਤਲਬ ਲੋਕ ਆਪਣੇ ਸਿਵਿਆਂ ਦੇ ਵਿੱਚ ਆਪਣੇ ਵੈਲ ਵਿਸ਼ਰ ਜਿਹੜੇ ਨੇ ਉਹਨਾਂ ਦੇ ਪੂਰੇ ਹੋਏ ਹੁੰਦੇ ਨੇ, ਹਾਂਜੀ ਉਹਨਾਂ ਨੂੰ ਉੱਥੇ ਰੱਖ ਕੇ ਆਉਂਦੇ ਨੇ। ਤੇ ਕਿਸੇ ਨੂੰ ਪਤਾ ਲੱਗ ਗਿਆ, ਦੇਖ ਲਿਆ ਵੀ ਇਹ ਤਾਂ ਯਾਰ ਕਮਾਲ ਦੀ ਚੀਜ਼ ਆ, ਸਿਵਿਆਂ ਚੱਕ ਕੇ ਫਿਰ ਲੱਗਾ ਉਹਨਾਂ ਨੂੰ ਘੋਟਣਾ ਰਗੜਾ ਤੇ ਬਣਾ ਕੇ ਅਗਲਿਆਂ ਛਕ ਲਈ, ਉਹਨਾਂ ਚੜਾ ਕੇ ਉਹਨੇ ਨਾ ਚੱਕ ਲਿਆਉਣੇ, ਫਿਰ ਵਿਕਣੇ ਸ਼ੁਰੂ ਹੋ ਗਏ ਸੀ। ਮੈਂ ਕਿਉਂਕਿ ਆਪਾਂ 1997 ਤੋਂ ਪ੍ਰੋਗਰਾਮ ਕਰਦੇ ਹਾਂ ਤੇ 1997 ਤੋਂ ਲੈ ਕੇ ਹੁਣ ਤੱਕ ਕਿਹੋ ਜਿਹੀਆਂ ਆਪਾਂ ਪਾਪੜ ਵੇਲੇ ਹੋਣਗੇ, ਜਾਂ ਕਿਹੋ ਜਿਹੀਆਂ ਸਾਨੂੰ ਧਮਕੀਆਂ ਆਈਆਂ, ਜਾਂ ਕਿਹੋ ਜਿਹੇ ਸਾਡੀਆਂ ਮਤਲਬ ਐਡਾਂ ਬੰਦ ਕਰਾਈਆਂ ਗਈਆਂ। ਮਤਲਬ ਮੀਟ ਸਟੋਰ ਦੀ ਐਡਵਰਟਾਈਜ਼ਮੈਂਟ ਹੁੰਦੀ ਸੀ ਤੇ ਮੀਟ ਦੇ ਪਿਛਲੇ ਪਾਸੇ ਵੱਡੇ ਮਿੰਟੂ ਜੀ ਵੱਡੇ ਗ੍ਰੈਂਡਰ ਨਹੀਂ ਜਿਹੜੇ ਹੁੰਦੇ, ਜਿਹੜੀਆਂ ਆਟਾ ਪੀਸਣ ਵਾਲੀ ਚੱਕੀਆਂ ਤੋਂ ਵੱਡੇ ਗ੍ਰੈਂਡਰ ਜਿਹੜੇ ਉਹ ਲੱਗੇ ਹੁੰਦੇ ਸੀ। ਹਾਂਜੀ, ਤੇ ਉਹ ਮਤਲਬ ਹੌਲੀ ਰੌਲਾ ਰੱਪਾ ਵਧਿਆ, ਵੱਧਦਾ ਉੱਤੇ ਪਾਬੰਦੀ ਲੱਗਣ ਦੇ ਬਾਵਜੂਦ ਵੀ ਉਹ ਅਜੇ ਵੀ ਵਿਕਦੇ ਨੇ, ਪਰ ਵਿਕਦੇ ਮਹਿੰਗੇ ਭਾਅ ਨੇ। ਮੈਂ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਸਿਟੀ ਕਾਉਂਸਲਰ ਵਿੱਕੀ ਢਿੱਲੋਂ ਨੂੰ ਮੇਰੇ ਇੱਥੇ ਸਟੂਡੀਓ 'ਚ ਆਉਂਦੇ ਜਾਂਦੇ ਸੀਗੇ, ਉਹਨਾਂ ਨੂੰ ਧਮਕੀਆਂ ਸੀ ਤੇ ਉਹਨਾਂ ਨੂੰ ਬੁਲਟ ਪ੍ਰੂਫ ਜੈਕਟ ਪਾਉਣੀ ਪਈ ਸੀ। ਕਹਿੰਦੇ ਇਹ ਹਿਸਟਰੀ ਹੈ ਕਿ ਇੱਕ ਸਿਟੀ ਕਾਉਂਸਲਰ ਜਿਹਨੇ ਡੋਡੇ ਬੰਦ ਕਰਾਏ ਨੇ ਉਹਨੂੰ ਧਮਕੀਆਂ ਸੀ। ਤੇ ਜਿਹੜੇ ਸਾਡੇ ਵਰਗੇ ਟਾਕ ਸ਼ੋ ਕਰਦੇ ਸੀ, ਸਾਡੀਆਂ ਵੀ ਜਿਹੜਾ ਵੱਡੀ ਜਾਂਦੀ। ਅੱਜ ਉਹਨਾਂ ਨੇ ਵੇਚ ਕੇ ਵੱਡੇ ਬਿਜ਼ਨਸ ਸ਼ੁਰੂ ਕਰ ਲਏ ਨੇ, ਪਰ ਸਾਡੇ ਵਾਲੇ ਪਾਸੇ ਮੂੰਹ ਨਹੀਂ ਕਰਦੇ, ਕਿਉਂਕਿ ਅਸੀਂ ਇਸ ਚੀਜ਼ ਦੀ ਵਿਰੋਧਤਾ ਕਰਦੇ ਸਨ ਕਿ ਯਾਰ ਮਾੜੀ ਚੀਜ਼ ਹੈ, ਇਹਦੀ ਤਸੀਰ ਮਾੜੀ। ਆਰਟੀਕਲ ਸੁਣਾਏ ਪੜ੍ਹ ਕੇ ਅਸੀਂ ਆਪਣਾ ਫਰਜ਼ ਨਿਭਾਈ ਗਏ, ਪਰ ਨੁਕਸਾਨ ਦੇ ਨਾਲ ਚਲੋ ਕਿਤੇ ਨਾ ਕਿਤੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਤਾਂ ਸਤਿਕਾਰ ਤਾਂ ਹੈ ਨਾ, ਪਰ ਇਹ ਮਹਿੰਗੇ ਇੱਥੇ ਵੀ ਵਿਕਦੇ ਨੇ, ਇੱਥੇ ਵੀ ਹੈਗਾ ਕੰਮ ਹੈ। ਅਸੀਂ ਜਿੱਥੇ ਵੀ ਗਏ ਉੱਥੇ ਕੁਝ ਨਾ ਕੁਝ ਅਸੀਂ ਖਿਲਾਰਿਆ ਜ਼ਰੂਰ ਹੈ, ਚੰਗਾ ਵੀ ਤੇ ਮਾੜਾ ਵੀ। ਅੱਛਾ, 1 ਨੇਸ਼ਨ 1 ਡਾਟਾ ਪਾਲਿਸੀ ਪਤਾ ਲੱਗਾ ਕਿ ਤਿਆਰ ਹੋ ਗਈ ਹੈ ਕੇਂਦਰ ਦੀ, ਕੀ ਕਹਿਣਾ ਚਾਹੋਗੇ? ਹਾਂਜੀ
ਬਿਲਕੁਲ ਬਿਲਕੁਲ ਗੱਲ ਆਪਾਂ ਉਹੀ ਕਰ ਰਹੇ ਹਾਂ ਕਿ ਬਲੈਕ 'ਚ ਚੀਜ਼ ਜ਼ਿਆਦਾ ਮਹਿੰਗੀ ਹੋ ਜਾਂਦੀ ਹੈ। ਸਮੱਸਿਆ ਇਹ ਆ ਕਿ ਲੋਕ ਖਾਣ ਵਾਲੇ ਤਾਂ ਖਾਈ ਜਾਂਦੇ ਨੇ। ਬਿਲਕੁਲ ਮਿਲਦੀ ਹੈ ਇਹਦੇ ਵਿੱਚ, ਇੱਥੇ ਕਿਹੜੇ ਟੋਡੇ ਬੰਦ ਹੋ ਗਏ। ਸ਼ਰਾਬਬੰਦੀ ਕਹਿੰਦੇ ਬਿਹਾਰ ਦੇ ਵਿੱਚ ਸ਼ਰਾਬਬੰਦੀ ਹੈ। ਸ਼ਰਾਬਬੰਦੀ ਤੇ ਇੱਕ ਪਾਸੇ ਨਿਤਿਸ਼ ਕੁਮਾਰ ਬੋਲ ਰਿਹਾ ਸੀ ਤੇ ਉਸੇ ਸੈਕਟਰੀਏਟ ਦੇ ਕਚਰੇ ਦੇ ਵਿੱਚੋਂ ਮਤਲਬ ਕਿ ਅਫਸਰਾਂ ਦੀਆਂ ਖਾਲੀ ਦੀ ਸੁੱਟੀਆਂ ਬੋਤਲਾਂ ਮਿਲ ਗਈਆਂ ਉੱਥੇ। ਦੱਸੋ ਕੀ ਕਰੋਗੇ? ਕੀ ਕਰੋਗੇ? ਗੁਜਰਾਤ ਦੇ ਵਿੱਚ ਵੀ ਤਾਂ ਆਹੀ ਧੰਦਾ, ਬਹੁਤ ਸ਼ਰਾਬ ਦੀ ਖਪਤ ਹੁੰਦੀ ਹੈ, ਚੋਰੀ ਹੁੰਦੀ ਹੈ, ਬਲੈਕ ਹੁੰਦੀ ਹੈ, ਜਿਹਨੇ ਪੀਣੀ ਉਹ ਪੀ ਜਾਂਦਾ, ਮਹਿੰਗੀ ਲੈ ਕੇ ਪੀ ਜਾਂਦਾ। ਸੋ ਇਹ ਆ ਕਿ ਇਹਦੇ ਤੇ ਵਿਆਪਕ ਇੱਕ ਵੱਡੀ ਜਿਹੜੀ ਹੈ ਬਹਿਸ ਹੋਵੇ, ਨਫੇ ਨੁਕਸਾਨ ਦੇਖੇ ਜਾਣ, ਜੇ ਨਹੀਂ ਤਾਂ ਛੱਡੋ ਖਹਿੜਾ, ਨਹੀਂ ਰਹਿਣ ਦਿਓ। ਪਰ ਹੋਰ ਚੀਜ਼ਾਂ ਤਾਂ ਤੁਸੀਂ ਇੱਥੇ ਕਰੋ ਨਾ, ਜਿਹੜੀ ਤੁਹਾਡੀ ਡਾਈਵਰਸੀਫਿਕੇਸ਼ਨ ਹੈ ਖੇਤੀ ਦੀ, ਉਹ ਤਾਂ ਹੋਣੀ ਚਾਹੀਦੀ ਹੈ। ਪਾਣੀ ਤੇ ਬਚਾਓ ਨਾ, ਇੱਕ ਅਹਿਮ ਮੁੱਦਾ ਹੈ, ਇਹਨੂੰ ਵੀ ਆਪਾਂ ਇਹਦੇ ਚੋਂ ਰੱਦ ਕਰ ਸਕਦੇ। ਰਕਬਾ ਕੱਢਣਾ ਹੈ, ਫਸਲ ਤਾਂ ਉਹ ਲਿਆਉਣੀ ਪਊਗੀ। ਖੈਰ ਦੂਜੀ ਗੱਲ ਜਿਹੜੀ ਹੈ ਕਿ ਵਨ ਨੇਸ਼ਨ ਵਨ ਡਾਟਾ, ਇਹਦੇ ਚ ਹੁਣ ਮੈਂ ਇਹਨੂੰ ਥੋੜਾ ਸਿੰਪਲੀਫਾਈ ਕਰ ਦਿੰਦਾ ਕਿ ਇਹਦੇ ਚ ਹੁਣ ਇੱਕ ਐਸਾ ਸਿਸਟਮ ਇਜਾਦ ਕਰਨ ਜਾ ਰਹੇ ਨੇ ਕਿ ਜਿੱਦਾਂ ਕੋਈ ਜੰਮਦਾ ਜਾਂ ਮਰਦਾ ਹੈ, ਉਹਦਾ ਡਾਟਾ ਜਿਹੜਾ ਆ ਉਹ ਸਟੇਟਾਂ ਕੋਲ ਨਾ ਹੋ ਕੇ, ਆਪਾਂ ਬਹੁਤੀ ਗੱਲ ਦਾ ਝੂਠ ਨਹੀਂ ਪਾਉਂਦੇ ਕਿ ਸਟੇਟਾਂ ਜਿਵੇਂ ਅੱਗੇ ਆਪਾਂ ਕੀ ਆ ਕਿ ਆਪਣਾ ਕੋਈ ਪਿਆਰਾ ਚਲੇ ਗਿਆ ਤਾਂ ਆਪਾਂ ਲਿਖਵਾ ਦਿੰਦੇ ਹੁੰਦੇ ਸੀ ਚੌਂਕੀਦਾਰ ਕੋਲੇ। ਜਦੋਂ ਜੰਮਦਾ ਤਾਂ ਮੈਨੂੰ ਯਾਦ ਹੈ ਕਿ ਚੌਂਕੀਦਾਰ ਕੋਲੇ ਜਾ ਕੇ ਰਜਿਸਟਰ ਲੱਗਾ ਹੁੰਦਾ ਸੀ। ਚੌਂਕੀਦਾਰ ਤਾਂ ਵਿਚਾਰਿਆਂ ਨੇ ਪੜ੍ਹੇ ਨਹੀਂ ਸੀ ਹੁੰਦੇ, ਤੇ ਮੈਂ ਕਹਿੰਦਾ ਆਪ ਹੀ ਲਿਖ ਦਿਓ ਜੋ ਵੀ ਨਾਂ ਰੱਖਿਆ, ਤੇ ਚੌਂਕੀਦਾਰ ਉਹ ਰਜਿਸਟਰ ਅੱਗੇ ਲੈ ਜਾਂਦਾ ਸੀ। ਇਸ ਤਰ੍ਹਾਂ ਮਤਲਬ ਕਿ ਇੱਕ ਸਿਸਟਮੈਟਿਕਲੀ ਤਰੀਕੇ ਨਾਲ ਰਜਿਸਟ੍ਰੇਸ਼ਨ ਚੱਲਦੀ ਸੀ, ਕੌਣ ਜੰਮ ਗਿਆ ਕੌਣ ਮਰ ਗਿਆ। ਹੁਣ ਇਹਨਾਂ ਨੇ ਜੋ ਕਾਨੂੰਨ ਤਿਆਰ ਕੀਤਾ ਵਾ, ਇਹ ਆ ਰਿਹਾ ਬਹੁਤ ਜਲਦੀ ਆ ਰਿਹਾ। ਦੱਸਦੇ ਆ ਕਿ ਸੁਝਾਅ ਮੰਗੇ ਇਹਨਾਂ ਨੇ, ਆਖਰੀ ਤਰੀਕ 17 ਨਵੰਬਰ ਤੱਕ ਦੀ ਸੀਗੀ। ਤਾਂ ਉਹਦੇ ਵਿੱਚ ਕੀ ਲਿਆ ਰਿਹਾ ਕਿ ਵਨ ਨੇਸ਼ਨ ਵਨ ਡਾਟਾ, ਮਤਲਬ ਸਿੱਧਾ ਸਿੰਪਲ ਹੈ, ਹਾਲਾਂਕਿ ਤਫਸੀਲ ਮੈਂ ਪੜ੍ਹੀ ਨਹੀਂ ਹੈ, ਖਬਰ ਤੋਂ ਹੀ ਥੋੜਾ ਜਿਹਾ ਅੰਦਾਜ਼ਾ ਲਾਇਆ। ਵਨ ਨੇਸ਼ਨ ਵਨ ਡਾਟਾ ਕੀ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਗੇ ਤਾਂ ਸਾਡਾ ਚੌਂਕੀਦਾਰ ਹੋਇਆ ਜਾਂ ਸਾਡੀ ਪੰਚਾਇਤ ਹੋਈ, ਉਸ ਤੋਂ ਬਾਅਦ ਜਾਂ ਸਾਡੇ ਨਗਰ ਕੌਂਸਲ ਹੋਇਆ, ਤਾਂ ਇਸ ਤਰ੍ਹਾਂ ਅਸੀਂ ਜਨਮ ਮੌਤ ਦਾ ਜੋ ਵੀ ਰਜਿਸਟ੍ਰੇਸ਼ਨ ਕਰਵਾਉਂਦੇ ਸਨ, ਮਤਲਬ ਕਿ ਸਾਡਾ ਡਾਟਾ ਜਿਹੜਾ ਸੀਗਾ ਸਾਡੀ ਸੂਬਾਈ ਸਰਕਾਰ ਕੋਲ ਸੀਗਾ। ਪਰੰਤੂ ਇੱਥੇ ਕੀ ਹੈ ਕਿ ਉਹਨੂੰ ਬਾਈਪਾਸ ਕਰਕੇ ਸਿੱਧਾ ਹੀ ਜੋੜ ਦੇਣਗੇ ਰਜਿਸਟਰਾਰ ਦੇ ਮਾਰਫਤ ਕੇਂਦਰ ਦੇ ਨਾਲ, ਕੇਂਦਰ ਦੇ ਕੋਲ ਹੀ ਡਾਟਾ ਜਾਏਗਾ ਸਿੱਧਾ। ਔਰ ਮੈਨੂੰ ਇਹ ਲੱਗਦਾ ਕਿ ਇਹ ਜਿਹੜੀ ਹੁੰਦੀ ਹੈ ਨਾ ਮਰਦਮਸ਼ੁਮਾਰੀ ਆਪਾਂ ਸੁਣਦੇ ਹੁੰਦੇ ਸੀ, ਆਉਣ ਵਾਲੇ ਸਮੇਂ 'ਚ ਖਤਮ ਹੋ ਜਾਏਗੀ। ਇਨ ਫਿਊਚਰ ਉਹ ਖਤਮ ਹੋ ਜਾਏਗੀ ਕਿਉਂਕਿ ਡਾਟਾ ਮਹੀਨੇਵਾਰ ਅਪ ਟੂ ਡੇਟ ਹੋ ਜਾਏਗਾ ਉਹਨਾਂ ਦਾ। ਇਹ ਸਿੱਧਾ ਹੀ ਡਾਟਾ ਜਾਇਆ ਕਰੇਗਾ, ਸਰਕਾਰਾਂ ਨੂੰ ਬਾਈਪਾਸ ਕਰ ਦਿੱਤਾ ਗਿਆ। ਔਰ ਇਹ ਅੱਜ ਹੀ ਇੱਕ ਖਬਰ ਮੈਂ ਹੋਰ ਪੜ੍ਹੀ ਹੈ ਕਿ ਜਾਇਦਾਦਾਂ ਦਾ ਯੂਨੀਕ ਆਈਡੀ ਨੰਬਰ ਹੋਏਗਾ। ਤੁਹਾਡੀ ਜਿੰਨੀ ਵੀ ਪ੍ਰਾਪਰਟੀ ਉਹਦਾ ਜਿਵੇਂ ਆਧਾਰ ਕਾਰਡ ਦਾ ਨੰਬਰ ਹੈ, ਉਹ ਨੰਬਰ ਮਿਲ ਜਾਣਾ ਤੁਹਾਨੂੰ। ਸੋ ਟੋਟਲੀ ਜਿੱਦਾਂ ਕਹਿ ਲਓ ਕਿ ਸੈਂਟਰਲਾਈਜ਼ ਹੈ ਸਭ ਕੁਛ ਜੀ। ਸੈਂਟਰ ਤੁਸੀਂ ਸਮਝੋ ਕਿ ਇੱਕ ਬੰਦੇ ਦਾ ਸਾਰਾ ਡਾਟਾ ਸੈਂਟਰ ਕੋਲ ਆ, ਇੱਕ ਬੰਦੇ ਦਾ ਸਾਰਾ ਮੇਨ ਸਵਿਚ ਹੀ ਉਹਨਾਂ ਦੇ ਕੋਲ ਆ। ਉਹ ਆਧਾਰ ਕੈਂਸਲ ਕਰਦੇ ਨੇ, ਪੈਨ ਕੈਂਸਲ ਕਰਦੇ ਨੇ, ਯੂਨੀਕ ਆਈਡੀ। ਮੰਨ ਲਓ ਕੋਈ ਕਿਸਾਨ ਅੰਦੋਲਨ ਦੇ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਿਹਾ, ਮੈਂ ਇੱਕ ਗੱਲ ਹਾਈਪੋਥੈਟਿਕਲੀ ਕਹਿ ਰਿਹਾ ਕਿ ਆਉਣ ਵਾਲੇ ਸਮੇਂ 'ਚ ਕੋਈ ਐਸਾ ਅੰਦੋਲਨ ਕਰਦਾ ਤੇ ਸਰਕਾਰ ਨੂੰ ਕੀ ਕਰਨ ਦੀ ਜ਼ਰੂਰਤ ਹੈ? ਇੱਕ ਬਟਨ ਨੱਪ ਕੇ ਸਾਰੀ ਉਹਦੀ ਹਿਸਟਰੀ ਇਕੱਠੇ ਬਣਾਉਣ ਤੱਕ ਦੀ ਸ਼ਾਪਿੰਗ ਵੀ ਨਿਕਲ ਆਊਗੀ ਕਿ ਕਿੱਥੋਂ ਕੀਤੀ ਹੈ, ਕਿੱਧਰ ਗਿਆ, ਸਭ ਕੁਛ ਇੱਕ ਮਿੰਟ ਦੇ ਵਿੱਚ ਟ੍ਰੇਸ ਹੋ ਜੂ। ਇੱਕ ਮਿੰਟ ਦੇ ਵਿੱਚ ਹੀ ਉਸ ਬੰਦੇ ਨੂੰ ਕਾਬੂ ਕਰ ਲਿਆ ਜਾਊਗਾ। ਕਿਉਂ? ਕਿਉਂਕਿ ਜਾਇਦਾਦ ਵੀ ਸਭ ਕੁਛ ਉਹਦਾ ਜੋ ਕੁੰਡਲੀ ਹੈ ਸਾਰੀ ਹੈ, ਤਾਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੇ ਵੀ ਇੱਥੇ ਡਾਟਾਬੇਸ ਇਸੇ ਤਰ੍ਹਾਂ ਹੀ ਕੰਮ ਕਰਦੇ ਨੇ, ਪਰੰਤੂ ਇੱਥੇ ਦਾ ਸਿਸਟਮ ਜਿਹੜਾ ਕੁਛ ਹੋਰ ਤਰੀਕੇ ਨਾਲ ਬਿਲਕੁਲ ਉਹਨਾਂ ਦੇ ਪ੍ਰਭਾਵ ਜਿਹੜੇ ਥੋੜੇ ਕਹਿ ਲਓ ਕਿ ਡਰਾਵਣੇ ਲੱਗਦੇ ਆ ਸਾਨੂੰ ਤਾਂ ਹਾਲ ਦੀ ਘੜੀ ਪਈ। ਹਾਲਾਂਕਿ ਕਈ ਕਹਿ ਦਿੰਦੇ ਆ ਕਿ ਤਾਂ ਹਮੇਸ਼ਾ ਇੱਕ ਕੌਨਸਪੀਰੈਂਸੀ ਥਿਊਰੀ ਸੋਚ ਕੇ ਚੱਲਦੇ ਹਰੇਕ ਮਾਮਲੇ 'ਚ, ਪਰ ਡਰ ਲੱਗਦਾ ਜੀ। ਚਲੋ ਆਪਣੇ ਕੋਲ 2 ਕਾਲਾਂ ਨੇ, ਕੁਇਕਲੀ ਸਾਡਾ ਵੈਸੇ ਸਮਾਂ ਹੋ ਗਿਆ ਜੀ, ਸਾਡੇ ਕੋਲ 2-3 ਮਿੰਟ ਹੀ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹਾਂਜੀ ਚਾਵਲਾ ਵੀ ਦੋਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਿੰਟੂ ਵੀਰੇ ਕੁਐਸਚਨ ਮੇਰਾ, ਜਿਵੇਂ ਤੁਸੀਂ ਆਪਣੇ ਬੱਸਾਂ ਦੀ ਗੱਲ ਚੱਲਦੀ ਡੈਂਪੀ ਢਲਾਉਂਦੀ ਆ, ਉਹਦੀ ਮੈਂ ਵੀ ਇੰਟਰਵਿਊ ਸੁਣੀ ਸੀਗੀ। ਉਹ ਆਪ ਮੰਨ ਰਿਹਾ ਵੀਰ ਜੀ ਵੀ ਮੇਰੇ 2-2.5 ਕਰੋੜ ਕਰਜ਼ਾ ਦੇਣਾ, ਮੈਂ ਟੈਕਸ ਭਰਨਾ 2-2.5 ਕਰੋੜ ਮੰਨ ਰਿਹਾ ਜੀ ਉਹ, ਹੈ ਨਾ। ਤੇ ਆਪਾਂ ਹਜੇ ਕਹਿੰਦੇ ਆ ਚਲੋ ਵੀ ਕਹਿ ਰਿਹਾ ਉਲਟਾ ਵੀ ਉਹ ਦੂਜਾ ਵੀ ਰਾਜ ਆਪਣੇ ਕੋਲ ਰਾਜਨੀਤੀ ਕਰਦਾ। ਇੱਕ ਪਾਸੇ ਮੰਨ ਰਿਹਾ ਮੇਰਾ 2.5 ਕਰੋੜ ਕਰਜ਼ਾ ਰਹਿੰਦਾ ਵਾ, ਇਹ ਤਾਂ ਮੈਂ ਤਾਂ ਕਹਿੰਦਾ ਜਿਹਨਾਂ ਨਾਲ ਆਪਣਾ ਟੈਕਸ ਭਰਨ ਦੇ ਨਾਲ ਇਹਨਾਂ ਨੂੰ ਜੁਰਮਾਨਾ ਵੀ ਹੋਣਾ ਚਾਹੀਦਾ ਸੀ, ਜਿਹੜਾ ਇਹਨਾਂ ਨੇ ਭਰਿਆ ਟੈਕਸ ਜੁਰਮਾਨਾ ਨਾਲ ਹੋਣਾ ਚਾਹੀਦਾ ਉਲਟਾ। ਪਲੱਸ ਆਪਣੇ ਪੰਜਾਬ ਪਰਮਿਟ ਦੀ ਨਜ਼ਰ ਇਹਨਾਂ ਦੇ ਪਰਮਿਟ ਰੱਦ ਹੋ ਗਏ,
ਜਿਹੜਾ ਇਨਕਮ ਆਵੇ ਗਵਰਨਮੈਂਟ ਨੂੰ। ਹਾਂਜੀ, ਤੁਸੀਂ ਵਧੀਆ ਕਿਹਾ ਜੀ, ਵਧੀਆ ਗੱਲ ਕਹੀ। ਪਰ ਤੁਸੀਂ ਨਾਲ ਇੱਕ ਮਿੰਟੂ ਹੁਣਾਂ ਨੇ, ਜਿੱਥੋਂ ਤੱਕ ਮੈਂ ਸੁਣਿਆ, ਪੂਰੀ ਧਿਆਨ ਨਾਲ ਗੱਲ ਸੁਣ ਰਿਹਾ ਸੀਗਾ, ਮਿੰਟੂ ਹੁਣਾਂ ਕੋਲ ਅਗਲੀ ਕਾਲ ਦਾ ਜਵਾਬ ਲੈ ਲੈਂਦੇ ਆ, ਕਿ ਇਹਨਾਂ ਨੇ ਕਿਹਾ ਸੀ ਕਿ ਜਦੋਂ ਰਾਜੇ ਵੜਿੰਗ ਦੇ ਕੁੜਤੇ ਪਜਾਮੇ ਦੇ ਪੈਸੇ ਉਹ ਬਣਦੇ ਸੀ ਤੇ ਆਪਣਾ ਟੈਕਸ ਪੇ ਕਰ ਦਿੰਦੇ ਸਲਾਈ ਦੇ ਵੀ ਖੰਡੋਰਾ ਦੇ ਕੇ ਵੀ ਕਿਹਦੇ ਰਾਜੇ ਦੇ ਪੈਸੇ ਕਿੰਨੇ ਲੈਣੇ ਆ ਜਾਓ। ਗੱਲ ਤੁਹਾਡੀ ਬਿਲਕੁਲ ਸਹੀ ਆ। ਹਾਂਜੀ, ਨਹੀਂ, ਪ੍ਰੋਸੀਜਰ ਇੱਕ ਹੋਣਾ ਚਾਹੀਦਾ। ਮੈਂ ਇਸ ਮਾਮਲੇ 'ਚ ਗੱਲ ਕਹਿਣਾ ਕਿ ਪ੍ਰੋਸੀਜਰ ਤੁਹਾਡਾ ਇੱਕ ਹੋਣਾ ਚਾਹੀਦਾ। ਜਾਂ ਤਾਂ ਤੁਹਾਡੇ RTI ਨੇ ਉਹਦੀਆਂ 4 ਇੰਸਟਾਲਮੈਂਟ ਕਰ ਦਿੱਤੀਆਂ, ਇਹਦਾ ਮਤਲਬ ਕਿ ਉਹ ਜੇ ਆਪਾਂ ਉਹਨਾਂ ਤੋਂ ਐਫੀਡੈਵਿਟ ਵੀ ਲੈਣਾ ਚਾਹੀਏ ਤਾਂ ਐਫੀਡੈਵਿਟ ਵੀ ਦੇਣਗੇ, 4 ਇੰਸਟਾਲਮੈਂਟ ਦੇ ਵਿੱਚ ਅਸੀਂ ਟੈਕਸ ਦੇ ਦੇਵਾਂਗੇ ਜੀ। ਚਲੋ ਅਗਲੀ ਕਾਲ। ਉਹ ਪੈਮਾਨਾ ਦੂਜਿਆਂ ਤੇ ਵੀ ਹੋਣਾ ਚਾਹੀਦਾ। ਔਰ ਮੈਂ ਤੇ ਕਹਿੰਦਾ ਕਿ ਜਨਤਕ ਕਰੋ ਕਿ ਕਿਹਦਾ ਟੈਕਸ ਡਿਊ ਹੈ। ਬਿਲਕੁਲ, ਹਾਂ, ਬਿਲਕੁਲ ਕੱਲੀਆਂ ਕਾਲੀਆਂ ਦੀਆਂ ਨਹੀਂ ਗੀਆਂ ਜਾਂ ਉਹਨਾਂ ਦੇ ਵਿਰੋਧੀਆਂ ਦੀਆਂ ਨਹੀਂ ਗੀਆਂ, ਕਾਂਗਰਸੀ ਦੀਆਂ ਵੀ ਚੱਲਦੀਆਂ ਨੇ। ਆਓ ਸੈਕਿੰਡ ਲਾਸਟ ਕਾਲ ਲੈ ਲੈਣੇ। ਵੈਲਕਮ ਜੀ। ਹੈਲੋ। ਹਾਂਜੀ ਮੈਂ ਏਅਰ ਤੇ ਜੀ। ਤੁਸੀਂ ਏਅਰ ਤੇ ਹੋ ਜੀ। ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜਿਹੜੀ ਵਨ ਡਾਟਾ ਵਨ ਨੇਸ਼ਨ ਦੁਨੀਆ ਲੋਕਤੰਤਰ ਵੱਲ ਵਧ ਰਹੀ ਹੈ ਤੇ ਭਾਰਤ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਸਭ ਤੋਂ ਵੱਡਾ ਲੋਕਤੰਤਰ, ਉਹ ਪੁੱਠੇ ਪਾਸੇ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਹਿਸਾਬ ਨਾਲ। ਫਿਰ ਜਿਸ ਤਰ੍ਹਾਂ ਲੋਕਲ ਸਰਕਾਰਾਂ ਨੂੰ ਕੱਢ ਕੇ ਵਿੱਚੋਂ ਬਾਹਰ, ਸਥਾਨਕ ਸਰਕਾਰਾਂ ਨੂੰ ਕੱਢ ਕੇ ਬਾਹਰ ਕਬਜ਼ਾ ਕਰਨਗੇ ਤਾਂ ਇਹ ਸੱਤਾ ਦਾ ਕੀ ਕਹਿੰਦੇ ਹੁੰਦੇ ਕੇਂਦਰੀਕਰਨ ਹੋ ਗਿਆ ਤੇ ਇਹ ਕਿਸੇ ਵੇਲੇ ਰਿਵੋਲਟ ਵੀ ਹੋ ਸਕਦਾ। ਕੀ ਕਹਿੰਦੇ, ਕਿਉਂਕਿ ਆਲਰੇਡੀ ਜੇ ਵੇਖਿਆ ਜਾਵੇ ਤਾਂ ਆਪਾਂ ਕੈਨੇਡਾ ਵਿੱਚ ਰਹਿੰਦੇ ਹਾਂ ਤੇ ਇੱਥੇ ਆਪਣਾ ਡਰਾਈਵਿੰਗ ਲਾਇਸੈਂਸ ਇਸ਼ੂ ਕਰਦਾ ਵਾ ਸੂਬਾ ਲਿਖਿਆ ਹੁੰਦਾ ਉੱਪਰ ਉਹਦੇ। ਇੰਡੀਆ 'ਚ ਲਿਖਿਆ ਹੁੰਦਾ ਇਸ਼ੂਇੰਗ ਅਥਾਰਟੀ ਇੰਡੀਆ। ਇਹ ਕੁਛ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਉੱਥੇ। ਹਾਂਜੀ ਮਿੰਟੂ ਜੀ। ਨਹੀਂ ਦੇਖੋ, ਇਹ ਬਿਲਕੁਲ ਇਹ ਚੀਜ਼ਾਂ ਤਾਂ ਸਾਡਾ ਹੈਲਥ ਕਾਰਡ ਵੀ ਜਿਹੜਾ ਨਾ ਸੋਸ਼ਲ ਇੰਸ਼ੋਰੈਂਸ ਕਾਰਡ, ਹੈਲਥ ਕਾਰਡ ਜਿਹੜਾ ਵਾ, ਆਈ ਥਿੰਕ ਸੋਸ਼ਲ ਇੰਸ਼ੋਰੈਂਸ ਕਾਰਡ ਤੇ ਫੈਡਰਲ ਹੀ ਆ। ਹੈਲਥ ਕਾਰਡ ਜਿਹੜਾ ਸਾਡਾ ਤੇ ਜਾਂ ਡਰਾਈਵਿੰਗ ਲਾਇਸੈਂਸ ਆ ਉਹ ਸੂਬਾ ਕਰਦਾ। ਹਾਂਜੀ, ਨਹੀਂ ਏਦਾਂ ਹੀ ਹੈ ਜੀ। ਜੇ ਮਤਲਬ ਕਿ ਮੇਰਾ ਵੀ ਮੇਰੇ ਖਿਆਲ ਦੇ ਨਾਲ ਮੈਨੂੰ ਲਾਇਸੈਂਸ ਚੈੱਕ ਕਰਨਾ ਪੈਣਾ, ਸੂਬਾ ਸਰਕਾਰ ਬਣੀ ਹੋਈ ਆ। ਅੱਛਾ, ਗੱਲ ਇਹ ਆ ਕਿ ਜਿਹੜਾ ਇੰਨਾ ਜ਼ਿਆਦਾ ਸੈਂਟਰਲਾਈਜ਼ ਕਰ ਦੇਣਾ, ਔਰ ਦੂਜੀ ਗੱਲ ਇਹ ਆ ਕਿ ਇੱਕ ਥਿਊਰੀ ਦਿੱਤੀ ਜਾਂਦੀ ਹੈ ਨਿਊ ਵਰਲਡ ਆਰਡਰ ਤੇ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੀ ਗਵਰਨੈਂਸ। ਤਾਂ ਉਹ ਤਕਰੀਬਨ ਦੇਖੋ ਹੈ ਤਾਂ ਹੁਣ ਮਨੋਕਲਪਤ ਲੱਗਦੀ ਹੈ ਕਹਾਣੀ, ਥਿਊਰੀ ਮਨੋਕਲਪਤ ਲੱਗਦੀ ਹੈ ਕਿ ਯਾਰ ਏਦਾਂ ਕਿੱਦਾਂ ਪੋਸੀਬਲ ਹੈ, ਪਰ ਪੋਸੀਬਲ ਹੈ। ਤੁਸੀਂ ਇੱਕ ਦੇਖੋ ਕਿ ਪੂਰੀ ਦੁਨੀਆ ਦਾ ਡਾਟਾ ਬਣਦਾ ਜਾ ਰਿਹਾ ਕੋਵਿਡ ਤੋਂ ਬਾਅਦ। ਤਾਂ ਵੈਕਸੀਨ ਸਰਟੀਫਿਕੇਟ ਤੋਂ ਬਗੈਰ ਹੁਣ ਤੁਸੀਂ ਉੱਥੇ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ, ਜਦ ਕਿ ਪਹਿਲਾਂ ਖੁੱਲਿਆ ਸੀ ਉਦੋਂ ਕੋਈ ਦਿੱਕਤ ਨਹੀਂ ਸੀ, ਕੋਈ ਪਰੇਸ਼ਾਨੀ ਨਹੀਂ ਸੀਗੀ। ਤਾਂ ਹੁਣ ਜਾਇਦਾਦ ਵੀ ਯੂਨੀਕ ਆਈਡੀ 'ਚ ਤੁਹਾਡਾ ਗੋਲਡ ਵੀ ਆ ਗਿਆ। ਮਤਲਬ ਕਿ ਦੇਖਣ ਨੂੰ ਤਾਂ ਠੀਕ ਲੱਗਦਾ ਕਿ ਸਾਰਾ ਕੁਝ ਠੀਕ ਆ, ਪਰੰਤੂ ਤੁਸੀਂ ਇਹ ਸੋਚੋ ਕਿ ਹੌਲੀ ਹੌਲੀ ਜਿੱਦਾਂ ਹੀ ਮਤਲਬ ਕਿ ਇਹ ਸਰਕਾਰਾਂ ਅੱਗੇ ਵਧਣ ਗਿਆ 5 ਸਾਲ 10 ਸਾਲ ਤੱਕ, ਅੱਜ ਵੀ ਤੁਸੀਂ ਦੇਖੋ ਅੰਦੋਲਨਾਂ ਨੂੰ ਦਬਾਉਣ ਵਾਸਤੇ, ਲੋਕਾਂ ਦੇ ਪ੍ਰੋਟੈਸਟ ਨੂੰ ਦਬਾਉਣ ਵਾਸਤੇ, ਰਾਜਨੀਤਿਕ ਵਿਰੋਧੀਆਂ ਨੂੰ ਦਬਾਉਣ ਵਾਸਤੇ ਕੀ ਕੁਛ ਕੀਤਾ ਜਾਂਦਾ। ਤਾਂ ਜਦ ਸਾਰਾ ਕੁਛ ਹੀ ਸੌਖਾ ਹੋ ਗਿਆ, ਹੁਣ ਤਾਂ ਇਹ ਵੀ ਆਉਣ ਵਾਲੇ ਸਮੇਂ 'ਚ ਕਿ ਵੈਕਸੀਨ ਵਾਲਾ ਜਿਹੜਾ ਸਰਟੀਫਿਕੇਟ ਇਹਦੀ ਵੀ ਵਰਤੋਂ, ਕਿਉਂਕਿ ਡਾਟਾਬੇਸ ਤਾਂ ਉਹਨਾਂ ਦੇ ਕੋਲ ਆ, ਉਹਦੀ ਵੀ ਵਰਤੋਂ ਹੋ ਜਾ ਕਰੂਗੀ ਕਿ ਹਾਂ ਜਿਹਨੇ ਲਾਇਆ ਬਈ ਉਹ ਇੱਥੋਂ ਟਰੈਵਲ ਕਰ ਸਕਦਾ, ਇੱਥੋਂ ਨਹੀਂ ਕਰ ਸਕਦਾ। ਕਹਿਣ ਦਾ ਮਤਲਬ ਇਹ ਹੈ ਕਿ ਉਹ ਕਿਸੇ ਨੂੰ ਵੀ ਲੌਕ ਕਰ ਸਕਦੇ, ਕਿਸੇ ਨੂੰ ਨਹੀਂ ਕਰ ਸਕਦੇ। ਫਰਜ਼ ਕਰੋ ਕੋਈ ਬੰਦਾ ਜਿਹੜਾ ਟੀਕਾ ਨਹੀਂ ਲਵਾਇਆ ਹੋਇਆ, ਕਿਉਂਕਿ ਭਾਰਤ ਦੇ ਵਿੱਚ ਕਰੋੜਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ, ਉਹ ਕਹਿਣ ਕਿ ਤੂੰ ਨਹੀਂ ਲਵਾਇਆ, ਤੂੰ ਬਾਹਰ ਨਹੀਂ ਆ ਸਕਦਾ, ਪਰ ਉਹਦੇ ਅੰਦਰ ਰਹਿਣ ਨਾਲ ਗਵਰਨਮੈਂਟ ਨੂੰ ਫਾਇਦਾ ਜੀ। ਬਿਲਕੁਲ ਮਿੰਟੂ ਜੀ, ਆਪਾਂ ਕੁਇਕਲੀ ਸਮਾਂ ਆਪਣਾ ਬ੍ਰੇਕ ਦਾ ਹੋ ਗਿਆ, ਬ੍ਰੇਕ ਦਾ ਕੀ ਹੈ, ਨਿਊਜ਼ ਦਾ ਹੀ ਹੋ ਗਿਆ ਤੇ ਆਪਣੇ ਲਾਸਟ ਕਾਲਰ ਨੇ ਮੈਂ ਨਿਰਾਸ਼ ਨਹੀਂ ਕਰਨਾ ਚਾਹੁੰਦਾ, ਵਾਈਂਡ ਅਪ ਕਰਾਂਗੇ। ਹੈਲੋ, ਵੈਲਕਮ ਜੀ। ਮੇਰਾ ਵੀ ਮੋਸਟਲੀ ਇਹੀ ਕੁਐਸਚਨ ਸੀਗਾ ਜਿਹੜਾ ਭਾਈ ਸਾਹਿਬ ਨੇ ਹੁਣੇ ਮੇਰੇ ਤੋਂ ਪਹਿਲਾਂ ਕਾਲਰ ਨੇ ਕਿਹਾ। ਮੈਨੂੰ ਲੱਗਦਾ ਇਹ ਬਹੁਤ ਬੜੀ ਇੱਕ ਸਾਜ਼ਿਸ਼ ਦੇ ਅਧੀਨ ਸਾਰਾ ਸੈਂਟਰਲਾਈਜੇਸ਼ਨ ਕਰ ਰਹੇ ਆ ਕਿ ਸਾਡੀ ਪ੍ਰਾਈਵੇਸੀ ਤਾਂ ਬਿਲਕੁਲ ਵੀ ਨਹੀਂ ਰਹੇਗੀ ਹੋਰ ਵੀ ਕਿਸੇ ਵੀ ਤਰੀਕੇ ਦੀ। ਮਤਲਬ ਇਟ ਇਜ਼ ਗੋਇੰਗ ਟੂ ਕੰਟਰੋਲ। ਕਿਸੇ ਬੰਦੇ ਨੂੰ ਦਬਾਉਣਾ ਹੋਇਆ, ਜਿੱਦਾਂ ਤੁਸੀਂ ਕਿਹਾ ਭਾਈ ਸਾਹਿਬ, ਉਹ ਤਾਂ ਕਿਸੇ ਵੀ ਤਰੀਕੇ ਤੋਂ ਤੁਹਾਡਾ ਬਟਨ ਕੋਈ ਵੀ ਦਬਾ ਸਕਦੇ ਆ ਜੀ। ਮਿਹਰਬਾਨੀ ਜੀ, ਥੈਂਕ ਯੂ। ਇਹੀ ਚੀਜ਼ ਦਾ ਖਦਸ਼ਾ ਸੀਗਾ। ਇੱਕ ਦਿਨ ਤੁਹਾਨੂੰ ਯਾਦ ਹੋਣਾ, ਉਦੋਂ ਮੇਰੇ ਖਿਆਲ ਦੇ ਨਾਲ ਅੰਜੂ ਜੀ ਵੀ ਸੀਗੇ ਬਹਿਸ ਦੇ ਵਿੱਚ, ਮੈਂ ਇਸੇ ਚੀਜ਼ ਦਾ ਖਦਸ਼ਾ ਪ੍ਰਗਟਾ ਰਿਹਾ ਸੀਗਾ ਕਿ ਇੰਡੀਆ ਦੇ ਵਿੱਚ ਸਿਸਟਮ ਇੱਕ ਵੱਖਰੀ ਤਰੀਕੇ ਨਾਲ ਕੰਮ ਕਰਦਾ ਹੈ। ਤਾਂ ਇਹ ਸਾਨੂੰ ਤਾਂ ਇਹ ਟੋਟਲੀ ਕੰਟਰੋਲਡ ਗੇਮ ਲੱਗਦੀ ਹੈ ਕਿ ਕੰਟਰੋਲ ਕੀਤਾ ਜਾਵੇ ਕਿਸੇ ਤਰੀਕੇ ਨਾਲ। ਅੱਜ ਦੀ ਤਰੀਕੇ 'ਚ ਤੁਸੀਂ ਦੇਖੋ, ਮੈਂ ਤੁਹਾਨੂੰ 2 ਵੱਡੀਆਂ ਖਬਰਾਂ ਦੇ ਚੱਲਿਆ। ਇੱਕ ਜਾਇਦਾਦ ਦਾ ਯੂਨੀਕ ਆਈਡੀ ਤੇ ਦੂਸਰੇ ਪਾਸੇ ਵਨ ਨੇਸ਼ਨ ਵਨ ਡਾਟਾ ਸੈਂਟਰਲਾਈਜੇਸ਼ਨ ਦੀ ਇਹ ਸਭ ਤੋਂ ਕਹਿ ਲਓ ਕਿ ਸਿਖਰ ਦੀ ਪੌੜੀ ਹੈ ਇਹ ਜੀ।
ਚਲੋ ਬਹੁਤ ਬਹੁਤ ਧੰਨਵਾਦ, ਥੈਂਕ ਯੂ ਮਿੰਟੂ ਜੀ, ਸੋ ਨਾਈਸ ਆਫ ਯੂ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।